ਅੱਜ ਆਪਾਂ ਕਰਮਾਂ ਤੇ ਵਿਚਾਰ ਕਰਦੇ ਹਾਂ ਕਿ ਕਰਮ ਬਦਲੇ ਜਾ ਸਕਦੇ ਜਾਂ ਨਹੀਂ ਬਦਲੇ ਜਾ ਸਕਦੇ। ਪਰਮਾਤਮਾ ਨੇ ਇੰਨੀ ਸੋਹਣੀ ਸ੍ਰਿਸ਼ਟੀ ਬਣਾਈ, ਪਸ਼ੂ ਜੀਵ ਜੰਤੂ ਬਣਾਏ। ਜਿੰਨੇ ਵੀ ਪਸ਼ੂ ਨੇ ਜੀਵ ਜੰਤੂ ਨੇ ਇਹ ਭੋਗ ਜੁਨੀ ਦੇ ਵਿੱਚ ਨੇ। ਆਪਣੇ ਕਰਮਾਂ ਅਨੁਸਾਰ ਆਪਣਾ ਭੋਗ ਜੋ ਜੁਨੀ ਉਹਨਾਂ ਨੂੰ ਮਿਲੀਆਂ, ਜਿੱਦਾਂ ਉਹਨਾਂ ਨੇ ਕਰਮ ਕੀਤੇ ਉਹਦੇ ਹਿਸਾਬ ਨਾਲ ਉਹਨੂੰ ਪਸ਼ੂਆਂ ਦੀ ਜੁਨੀ ਵਿੱਚ, ਜਾਨਵਰਾਂ ਦੀ ਜੁਨੀ ਵਿੱਚ, ਪੰਛੀਆਂ ਦੀ ਜੁਨੀ ਵਿੱਚ ਜਾਣਾ ਪਿਆ। ਉਹ ਆਪਣਾ ਭੁਗਤਾਨ ਕਰਦੇ ਪਿਆ। ਇਨਸਾਨ ਕਰਮ ਜੁਨੀ ਦੇ ਵਿੱਚ ਆਉਂਦਾ। ਜਿਸ ਤਰ੍ਹਾਂ ਅਸੀਂ ਬੀਜ ਪਾਵਾਂਗੇ ਉਹੀ ਸਾਨੂੰ ਵੱਢਣਾ ਪੈਣਾ। ਅੰਬ ਦਾ ਬੂਟਾ ਲਾਵਾਂਗੇ ਤਾਂ ਸਾਨੂੰ ਦਰਖਤ ਵੱਡਾ ਹੋ ਕੇ ਅੰਬ ਹੀ ਦੇਵੇਗਾ। ਜੇ ਅਸੀਂ ਕਿੱਕਰ ਹੀ ਲਗਾਈ ਆ ਤਾਂ ਉਸ ਦਰਖਤ ਨੇ ਵੱਡਾ ਹੋ ਕੇ ਸਾਨੂੰ ਕੰਢੇ ਹੀ ਦੇਣੇ ਆ। ਸੋ ਕਈ ਭੈਣਾਂ ਆਉਂਦੀਆਂ, ਵੀਰ ਆਉਂਦੇ ਆ ਕਿ ਸਾਡੇ ਬੱਚੇ ਦੁਖੀ ਆ, ਸਾਨੂੰ ਨੂੰਹ ਨਹੀਂ ਵਧੀਆ ਮਿਲੀ ਜਾਂ ਸਾਨੂੰ ਜਵਾਈ ਨਹੀਂ ਵਧੀਆ ਮਿਲਿਆ, ਇਹਦਾ ਕੋਈ ਹੱਲ ਦੱਸੋ। ਅਸੀਂ ਦੁਖੀ ਬਹੁਤ ਹਾਂ, ਅਸੀਂ ਪਰੇਸ਼ਾਨ ਬਹੁਤ ਹਾਂ। ਮੇਰੇ ਪਿਆਰੇ ਭੈਣੋ ਤੇ ਭਰਾਵੋ, ਦੋਸਤੋ, ਅਸੀਂ ਸਾਰੇ ਇੱਥੇ ਕਰਮਾਂ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦੇ ਪਏ ਹਾਂ। ਜਿਸ ਤਰ੍ਹਾਂ ਅਸੀਂ ਪਿਛਲੇ ਜਨਮਾਂ ਦੇ ਵਿੱਚ ਕਰਮ ਕੀਤੇ ਨੇ, ਉਹ ਜਿਹੇ ਕਰਮਾਂ ਅਨੁਸਾਰ ਸਾਨੂੰ ਇਹ ਜੀਵਨ ਮਿਲਿਆ। ਇਹ ਜੀਵਨ ਦੇ ਵਿੱਚ ਅਸੀਂ ਕਰਮਾਂ ਦਾ ਭੁਗਤਾਨ ਵੀ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਨਵੇਂ ਕਰਮ ਵੀ ਇਕੱਠੇ ਕਰੀ ਜਾ ਰਹੇ ਹਾਂ। ਜਿਸ ਤਰ੍ਹਾਂ ਭੈਣਾਂ ਕਹਿ ਰਹੀਆਂ ਕਿ ਸਾਨੂੰ ਜਵਾਈ ਨਹੀਂ ਵਧੀਆ ਮਿਲਿਆ, ਕਈ ਕਹਿੰਦੇ ਸਾਨੂੰ ਨੂੰਹ ਨਹੀਂ ਵਧੀਆ ਮਿਲੀ। ਇਹ ਸਾਰੇ ਕਰਮਾਂ ਦੇ ਸੌਦੇ ਨੇ। ਮਾਂ-ਬਾਪ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਪਰ ਉਹ ਆਪਣਿਆਂ ਦੇ ਬੱਚਿਆਂ ਦੇ ਕਰਮ ਨਹੀਂ ਬਦਲ ਸਕਦੇ। ਹਰ ਮਾਂ-ਬਾਪ ਦਾ ਇਹੀ ਸੁਪਨਾ ਹੁੰਦਾ ਕਿ ਮੇਰੇ ਬੱਚੇ ਸੁਖੀ ਰਹਿਣ, ਖੁਸ਼ਹਾਲ ਰਹਿਣ, ਪਰ ਉਹ ਆਪਣੇ ਵੱਲੋਂ ਬੜਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਜੋ ਬੱਚਿਆਂ ਦੇ ਕਰਮਾਂ 'ਚ ਉਹਦਾ ਉਹਨੂੰ ਭੁਗਤਾਨ ਕਰਨਾ ਹੀ ਪੈਂਦਾ ਹੈ। ਬੜੇ ਉਦਾਹਰਣ ਨੇ ਸਾਡੇ ਸੰਤਾਂ, ਮਹਾਂਪੁਰਸ਼ਾਂ ਨੇ, ਫਕੀਰਾਂ ਨੇ ਬੜੀਆਂ ਕਹਾਣੀਆਂ ਸਾਨੂੰ ਸੁਣਾਈਆਂ, ਬੜੇ ਉਦਾਹਰਣ ਦਿੱਤੇ। ਉਹਨਾਂ ਵਿੱਚੋਂ ਇੱਕ ਉਦਾਹਰਣ, ਜਦੋਂ ਅਸੀਂ ਬਾਜ਼ਾਰ ਵਿੱਚ ਫਲ ਲੈਣ ਜਾਂਦੇ ਹਾਂ ਤਾਂ ਤਰਬੂਜ ਲੈਂਦੇ ਅਸੀਂ ਜਾਂ ਸੇਬ ਲੈਂਦੇ ਹਾਂ ਤਾਂ ਉਹਦੀ ਖੁਸ਼ਬੂ ਸੁੰਘਦੇ ਅਸੀਂ ਕਿ ਬੜੀ ਵਧੀਆ ਖੁਸ਼ਬੂ ਆ ਰਹੀ ਆ, ਇਹ ਅੰਦਰੋਂ ਬਹੁਤ ਮਿੱਠਾ ਹੋਵੇਗਾ, ਤੇ ਅਸੀਂ ਖਰੀਦ ਲੈਂਦੇ ਹਾਂ। ਆਪਣੇ ਵੱਲੋਂ ਤਾਂ ਅਸੀਂ ਵਧੀਆ ਖਰੀਦੇ ਨੇ, ਪਰ ਜਦੋਂ ਅਸੀਂ ਘਰੇ ਲਿਆ ਕੇ ਉਹਨੂੰ ਧੋ ਕੇ ਉਸ ਫਲ ਨੂੰ ਕੱਟਦੇ ਹਾਂ ਤਾਂ ਉਹ ਫਿੱਕਾ ਵੀ ਨਿਕਲਦਾ, ਤਾਂ ਵੀ ਅਸੀਂ ਖਾਂਦੇ ਹਾਂ। ਜੇ ਖਰਾਬ ਨਿਕਲਿਆ ਤਾਂ ਵੀ ਉਹ ਸਾਡਾ ਹੁੰਦਾ ਆ। ਅਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਕਿ ਬਾਹਰੋਂ ਦੇਖਣ ਦੀ ਕੋਸ਼ਿਸ਼, ਖੁਸ਼ਬੂ ਕਿ ਬੜੀ ਵਧੀਆ ਖੁਸ਼ਬੂ ਆ ਰਹੀ ਆ, ਮਿੱਠੀ ਖੁਸ਼ਬੂ ਆ ਰਹੀ ਆ, ਜਾਂ ਰੰਗ ਬਹੁਤ ਵਧੀਆ ਇਹਦਾ, ਹੈ ਨਾ। ਪਰ ਜਦੋਂ ਅਸੀਂ ਘਰੇ ਲਿਆ ਕੇ ਉਸ ਫਲ ਨੂੰ ਕੱਟਦੇ ਹਾਂ ਤਾਂ ਉਹ ਫਿੱਕਾ ਵੀ ਤਾਂ ਵੀ ਸਾਡਾ ਆ, ਮਿੱਠਾ ਤੇ ਤਾਂ ਵੀ ਸਾਡਾ, ਜੇ ਗਲਿਆ ਹੋਇਆ ਤਾਂ ਵੀ ਸਾਡਾ ਹੈ। ਇਸੇ ਤਰ੍ਹਾਂ ਅਸੀਂ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਦੇ ਹਾਂ। ਅਸੀਂ ਬੜਾ ਕੁਝ ਪਰਖ ਕਰਦੇ ਹਾਂ, ਮੁੰਡੇ ਨੂੰ ਦੇਖਦੇ ਹਾਂ ਜਾਂ ਨੂੰਹ ਰਾਣੀ ਨੂੰ ਦੇਖਦੇ ਹਾਂ, ਬੱਚੇ ਦਾ ਕਾਰੋਬਾਰ ਦੇਖਦੇ ਹਾਂ, ਪਰਿਵਾਰ ਦੇਖਦੇ ਹਾਂ। ਇਹ ਸਭ ਚੀਜ਼ਾਂ ਦੇਖ ਕੇ ਅਸੀਂ ਆਪਣੇ ਬੱਚਿਆਂ ਦੇ ਰਿਸ਼ਤੇ ਕਰਦੇ ਹਾਂ। ਆਪਣੇ ਵੱਲੋਂ ਮਾਂ-ਬਾਪ ਵਧੀਆ ਹੀ ਕਰਦੇ ਆ ਕਿ ਮੇਰੇ ਬੱਚੇ ਸੁਖੀ ਰਹਿਣ, ਖੁਸ਼ਹਾਲ ਰਹਿਣ, ਪਰ ਜਦੋਂ ਵਿਆਹ ਹੋ ਜਾਂਦਾ ਉਹਨਾਂ ਦਾ, ਫਿਰ ਦੁਖੀ ਰਹਿੰਦੇ ਨੇ, ਫਿਰ ਮਾਂ-ਬਾਪ ਪਰੇਸ਼ਾਨ ਰਹਿੰਦੇ ਨੇ, ਫਿਰ ਬਾਬਿਆਂ ਕੋਲ ਜਾਂਦੇ ਨੇ, ਚੇਲਿਆਂ ਕੋਲ ਜਾਂਦੇ ਆ, ਤਰ੍ਹਾਂ ਤਰ੍ਹਾਂ ਦੇ ਉਪਾਅ ਕਰਾਉਂਦੇ ਆ ਕਿ ਬੱਚੇ ਮੇਰੇ ਸੁਖੀ ਹੋ ਜਾਣ,
ਪਰ ਇਦਾਂ ਵੀ ਕੁਝ ਨਹੀਂ ਹੋਣ ਵਾਲਾ। ਜਿੰਨੇ ਮਰਜ਼ੀ ਧਾਗੇ ਤਵੀਤ ਬਣਾ ਲਓ, ਜਿੰਨੇ ਮਰਜ਼ੀ ਜੰਤਰੀਆਂ ਦਿਖਾ ਲਓ, ਠੀਕ, ਅਸੀਂ ਬੱਚਿਆਂ ਦੀ ਕਿਸਮਤ ਚੇਂਜ ਨਹੀਂ ਕਰ ਸਕਦੇ, ਬੱਚਿਆਂ ਦੇ ਕਰਮ ਨਹੀਂ ਬਦਲ ਸਕਦੇ। ਬੱਚੇ ਆਪਣੇ ਕਰਮ ਆਪ ਲੈ ਕੇ ਆਉਂਦੇ ਨੇ। ਅਸੀਂ ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾ ਸਕਦੇ ਹਾਂ, ਵਧੀਆ ਪਰਵਰਿਸ਼ ਕਰ ਸਕਦੇ ਹਾਂ, ਪਰ ਉਹਨਾਂ ਦੇ ਕਰਮ ਨਹੀਂ ਚੇਂਜ ਕਰ ਸਕਦੇ। ਇਹ ਕੜਵਾ ਸੱਤਿਆ, ਇਹਨੂੰ ਕਬੂਲ ਕਰਿਆ ਕਰੋ। ਰਾਜਾ ਜਨਕ ਜੀ ਦੀ ਬੇਟੀ ਮਾਤਾ ਸੀਤਾ ਹੋਈ। ਸੀਤਾ ਜੀ ਦਾ ਜਦੋਂ ਰਾਜਾ ਜਨਕ ਨੇ ਵਿਆਹ ਕਰਨਾ ਸੀ ਤਾਂ ਉਹਨੇ ਦਸ਼ਰਥ ਜੀ ਦਾ ਬੇਟਾ ਰਾਮ ਜੀ, ਉਹਨਾਂ ਨੂੰ ਦੇਖਿਆ ਕਿ ਬੜਾ ਵਧੀਆ ਘਰ ਆ, ਔਰ ਰਾਮ ਜੀ ਅੱਛੇ ਇਨਸਾਨ ਨੇ, ਔਰ ਘਰ ਪਰਿਵਾਰ ਸਾਰਾ ਵਧੀਆ, ਰਾਜ ਮਹਿਲ ਦੇ ਵਿੱਚ ਰਹਿਣ ਵਾਲੇ ਆ। ਰਾਜਾ ਜਨਕ ਨੇ ਆਪਣੀ ਬੇਟੀ ਦਾ ਵਿਆਹ ਰਾਜਾ ਦਸ਼ਰਥ ਦੇ ਬੇਟੇ ਰਾਮ ਨਾਲ ਕਰ ਦਿੱਤਾ। ਮਾਂ-ਬਾਪ ਨੇ ਰਾਜਾ ਜਨਕ ਜੀ ਨੇ ਤਾਂ ਇਹੀ ਦੇਖਿਆ ਕਿ ਬੜਾ ਵੱਡਾ ਮਹਿਲ ਆ, ਮੇਰੀ ਬੇਟੀ ਉਹਦੇ ਖੁਸ਼ ਰਹੂੰਗੀ। ਮਰਿਆਦਾ ਪੁਰਸ਼ੋਤਮ ਰਾਮ ਜੀ ਨੇ ਅੱਛਾ ਦੇਖ ਕੇ ਉਹਨਾਂ ਨੇ ਆਪਣੀ ਬੇਟੀ ਸੀਤਾ ਦਾ ਵਿਆਹ ਉਸ ਪਰਿਵਾਰ ਵਿੱਚ ਕਰ ਦਿੱਤਾ। ਵਿਆਹ ਤੋਂ ਬਾਅਦ ਜਦੋਂ ਆਪਣੇ ਪਰਿਵਾਰ ਵਿੱਚ ਆਈ, ਰਾਮ ਜੀ ਦੇ ਕੋਲ ਆਈ, ਤਾਂ ਉਹਨਾਂ ਨੂੰ ਬਾਅਦ ਚ ਬਨਵਾਸ ਕੱਟਣਾ ਪੈ ਗਿਆ। ਬਨਵਾਸ ਤਾਂ ਰਾਮ ਜੀ ਨੂੰ ਮਿਲਿਆ ਸੀ, ਪਰ ਉਹਨਾਂ ਨੇ ਆਪਣਾ ਪਤਨੀ ਦਾ ਧਰਮ ਅਪਣਾ ਕੇ, ਫਰਜ਼ ਨਿਭਾ ਕੇ ਰਾਮ ਜੀ ਦੇ ਨਾਲ 14 ਸਾਲ ਦਾ ਬਨਵਾਸ ਕੱਟਿਆ। ਜੰਗਲਾਂ ਵਿੱਚ ਰਹੇ, ਪੈਰਾਂ 'ਚ ਕੰਡੇ ਚੁਭੇ, ਲੱਕੜਾਂ ਇਕੱਠੀਆਂ ਕਰਨੀਆਂ, ਰੋਟੀ ਪਾਣੀ ਬਣਾਉਣਾ, ਆਪ ਸਭ ਕੁਝ ਕਰਨਾ। ਦੇਖ ਲਓ, ਬੜੀ ਸਮਝਣ ਵਾਲੀ ਗੱਲ ਆ। ਸਾਨੂੰ ਮਹਾਂਪੁਰਸ਼ਾਂ ਨੇ ਕਿੰਨਾ ਸਾਫ਼-ਸਾਫ਼ ਸਮਝਾਇਆ। ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਅਸੀਂ ਆਪਣੇ ਬੱਚਿਆਂ ਦੇ ਕਰਮ ਨਹੀਂ ਚੇਂਜ ਕਰ ਸਕਦੇ। ਐਡੇ ਵੱਡੀ ਮਾਤਾ ਸੀਤਾ ਦਾ ਵਿਆਹ ਜਦੋਂ ਰਾਮ ਜੀ ਨਾਲ ਹੋਇਆ ਤਾਂ ਰਾਜਾ ਜਨਕ ਨੇ ਇਹੀ ਸੋਚਿਆ ਕਿ ਮੇਰੇ ਬੱਚੇ ਉੱਥੇ ਖੁਸ਼ ਰਹੂੰਗੇ, ਖੁਸ਼ਹਾਲ ਰਹੂੰਗੀ, ਵਧੀਆ ਘਰ ਪਰਿਵਾਰ ਆ, ਪਰ ਉਹਨਾਂ ਨੂੰ ਜੰਗਲਾਂ ਵਿੱਚ ਰਹਿਣਾ ਪੈ ਗਿਆ। ਉੱਥੇ ਮਾਂ-ਬਾਪ ਕੀ ਕਰਨ? ਇਸੇ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਾਂ, ਵਿਆਹ ਸ਼ਾਦੀ ਕਰਦੇ ਹਾਂ, ਤਾਂ ਉਹਨਾਂ ਦੇ ਕਰਮ ਨਹੀਂ ਅਸੀਂ ਬਦਲ ਸਕਦੇ। ਆਪਣੇ ਵੱਲੋਂ ਵਧੀਆ ਹੀ ਦੇਖ ਕੇ ਕਰਦੇ ਹਾਂ, ਠੀਕ ਹੈ ਨਾ। ਇਸ ਕਰਕੇ ਧਾਗੇ ਤਵੀਤਾਂ ਚੱਕਰ ਨਹੀਂ ਪੈਣਾ, ਵਹਿਮਾਂ ਭਰਮਾਂ ਦੇ ਚੱਕਰ ਨਾ ਪਿਆ ਕਰੋ। ਇੱਕ ਬੇਟੀ ਦਾ ਵਿਆਹ ਹੋਇਆ ਪਿੱਛੇ ਜੇ, 36 ਗੁਣ ਮਿਲਦੇ ਸੀ। ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਸੀ, ਬੇਟੀ ਦਾ ਟੇਵਾ ਦਿਖਾਇਆ, 36 ਗੁਣ ਮਿਲਦੇ ਸੀ। 36 ਗੁਣ ਮੁੰਡੇ ਕੁੜੀਆਂ ਦੇ ਆਪਸ ਵਿੱਚ ਮਿਲਦੇ ਸੀ। ਉਹਨਾਂ ਨੇ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ 2 ਮਹੀਨੇ ਬਾਅਦ ਉਹਨਾਂ ਦੀ ਅਨਬਨ ਸ਼ੁਰੂ ਹੋ ਗਈ। 3-4 ਮਹੀਨੇ ਬਾਅਦ ਉਹਦਾ ਤਲਾਕ ਹੋ ਗਿਆ। 36 ਗੁਣ ਮਿਲਣ ਤੋਂ ਬਾਅਦ ਵੀ ਉਹਨਾਂ ਦਾ ਤਲਾਕ ਹੋ ਗਿਆ। ਦੱਸੋ ਕਿੱਥੇ ਗਏ ਜੰਤਰੀਆਂ, ਕਿੱਥੇ ਗਏ ਟੇਵੇ? ਰਾਮ ਜੀ ਨੇ, ਮਹਾਰਾਜ ਨੇ ਜਦੋਂ ਸਿੰਘਾਸਨ ਤੇ ਬੈਠਣਾ ਸੀ ਤਾਂ ਰਿਸ਼ੀਆਂ ਮੁਨੀਆਂ ਨੇ ਸਮੇਂ ਦਾ ਚੱਕਰ ਦੇਖਿਆ, ਯੰਤਰੀ ਦੇਖੀ ਕਿ ਕੱਲ ਬੜਾ ਵਧੀਆ ਸਮਾਂ ਹੈਗਾ, ਰਾਮ ਜੀ ਨੂੰ ਸਵੇਰੇ ਸਿੰਘਾਸਨ ਤੇ ਬਿਠਾਇਆ ਜਾਵੇਗਾ, ਰਾਜ ਤਿਲਕ ਕੀਤਾ ਜਾਵੇਗਾ। ਯੰਤਰੀਆਂ ਦੇਖੇ ਗਈਆਂ, ਸਮੇਂ ਚੱਕਰ ਦੇਖੇ ਗਏ, ਗ੍ਰਹਿ ਨਛੱਤਰ ਦੇਖੇ ਗਏ, ਪਰ ਅਗਲੇ ਦਿਨ ਉਹਨਾਂ ਨੂੰ ਬਨਵਾਸ ਮਿਲ ਗਿਆ। ਅੱਜ ਅਸੀਂ ਫਿਰ ਕਿੱਥੇ ਗਏ ਉਹ ਯੰਤਰੀਆਂ, ਕਿੱਥੇ ਗਏ ਉਹ ਟੇਵੇ? ਅੱਜ ਅਸੀਂ ਯੰਤਰੀਆਂ ਦੇ ਭਰੋਸੇ ਆਪਣਾ ਜੀਵਨ ਬਤੀਤ ਕਰੀ ਜਾ ਰਹੇ ਹਾਂ। ਧਾਗੇ ਤਵੀਤਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਨਿਰਭਰ ਕਰ ਦਿੱਤਾ ਧਾਗੇ ਤਵੀਤਾਂ ਉੱਪਰ। ਇਹਨਾਂ ਪਿੱਛੇ ਲੱਗ ਕੇ ਅਸੀਂ ਮਾੜੇ ਮਾੜੇ ਕਰਮ ਕਰਨ ਲੱਗ ਗਏ। ਇਹਨਾਂ ਨਾਲ ਕੁਝ ਵੀ ਹੋਣ ਵਾਲਾ ਨਹੀਂ ਹੈਗਾ। ਸਾਡੀ ਕਿਸਮਤ ਜੋ ਲਿਖਿਆ, ਅਸੀਂ ਜੋ ਕਰਮ ਕੀਤੇ ਉਹਦਾ ਸਾਨੂੰ ਭੁਗਤਾਨ ਕਰਨਾ ਹੀ ਪੈਣਾ। ਆਪਣੇ ਤੁਸੀਂ ਨੂੰਹ ਰਾਣੀਆਂ ਨੂੰ ਖੁਸ਼ ਰੱਖੋ, ਕਦੇ ਵੀ ਤੁਹਾਡੀ ਧੀਆਂ ਦੁਖੀ ਨਹੀਂ ਹੋਵੇਗੀਆਂ। ਘਰ ਘਰ ਦੀ ਲੜਾਈ ਬਣ ਗਈ,
ਨੂੰਹ ਸੱਸ ਦੀ ਲੜਾਈ, ਅੱਜ ਕੱਲ੍ਹ ਤਾਂ ਪ੍ਰੋਫੈਸ਼ਨ ਹੀ ਹੋ ਗਿਆ। ਹਰ ਘਰ ਦੀ ਲੜਾਈ ਆ। ਬਾਬਾ ਫਰੀਦ ਜੀ ਦੁਖੀ ਸੀ ਤਾਂ ਉਹਨਾਂ ਨੇ ਸੋਚਿਆ ਕਿ ਦੁਖੀ ਮੈਂ ਹੀ ਹਾਂ, ਪਰ ਜਦੋਂ ਅੰਤਰ ਧਿਆਨ ਮਾਰਿਆ, ਦ੍ਰਿਸ਼ਟੀ ਮਾਰੀ, ਧਿਆਨ ਮਾਰਿਆ ਸਾਰੇ ਸੰਸਾਰ ਦੇ ਵਿੱਚ, ਤਾਂ ਕਹਿੰਦੇ ਤਾਂ ਸਾਰਾ ਸੰਸਾਰ ਹੀ ਦੁਖੀ ਆ। ਫਰੀਦਾ ਜਾਣਿਆ ਮੈਂ ਦੁੱਖ ਮੁਝ ਕੋ, ਦੁੱਖ ਸਮਾਇਆ ਜਗ, ਉੱਚਾ ਚੜ ਚੜ ਵੇਖਿਆ ਘਰ ਘਰ ਇਹ ਅੱਗ। ਮਰ ਹਰ ਘਰ ਹੀ ਦੁਖੀ ਆ ਅੱਜ, ਕਿਉਂਕਿ ਅਸੀਂ ਪਰਮਾਤਮਾ ਨੂੰ ਭੁੱਲ ਚੁੱਕੇ ਹਾਂ, ਆਪਣੇ ਜੀਵਨ ਦੇ ਮਕਸਦ ਨੂੰ ਭੁੱਲ ਚੁੱਕੇ ਹਾਂ। ਇਹ ਸੰਸਾਰ ਇਹ ਦੁੱਖਾਂ ਦਾ ਘਰ ਹੈਗਾ ਆ, ਇੱਥੇ ਸੁੱਖ ਨਹੀਂ ਹੈਗਾ। ਨਾ ਇੱਥੇ ਸੁੱਖ ਲੱਭਣ ਦੀ ਕੋਸ਼ਿਸ਼ ਕਰੋ, ਅੱਛੇ ਕਰਮ ਕਰੋ, ਬੱਚਿਆਂ ਨੂੰ ਆਪਣੇ ਪੜ੍ਹਾਈ ਦੇ ਨਾਲ ਨਾਲ ਸੰਸਕਾਰ ਦੇਣ ਦੀ ਕੋਸ਼ਿਸ਼ ਕਰੋ, ਅੱਛੇ ਸੰਸਕਾਰ ਦਿਓ। ਕੱਲੀਆਂ ਉਹਨਾਂ ਦੇ ਹੱਥਾਂ ਵਿੱਚ ਡਿਗਰੀਆਂ ਨਾ ਦਿਆ ਕਰੋ। ਵੱਡੀਆਂ ਵੱਡੀਆਂ ਡਿਗਰੀਆਂ ਦੇ ਦਿੱਤੇ ਪਰ ਸੰਸਕਾਰ ਦੇਣੇ ਤੁਸੀਂ ਭੁੱਲ ਗਏ। ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਏ, ਔਰ ਜਿਹੜਾ ਅੰਗਰੇਜ਼ੀ ਕਲਚਰ ਸੀ, ਪੱਛਮੀ ਦੇਸ਼ਾਂ ਦਾ ਜਿਹੜਾ ਕਲਚਰ ਸੀ, ਉਹ ਅਸੀਂ ਅਪਣਾ ਰਹੇ ਅੱਜ। ਇਸ ਕਰਕੇ ਘਰ ਘਰ ਲੜਾਈ ਹੈ ਅੱਜ। ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ, ਕਿਤਾਬਾਂ ਦੇ ਗਿਆਨ ਨਾਲ ਨਾਲ ਅਧਿਆਤਮਿਕ ਗਿਆਨ ਵੀ ਦੇਣਾ ਸ਼ੁਰੂ ਕਰੋ। ਬੱਚਿਆਂ ਨੂੰ ਸੰਸਕਾਰ ਦੇਣੇ ਵੀ ਸ਼ੁਰੂ ਕਰੋ। ਆਪ ਤੁਸੀਂ ਬੈਠਿਆ ਕਰੋ, ਭਜਨ ਸਿਮਰਨ ਦਾ ਅਭਿਆਸ ਕਰਿਆ ਕਰੋ ਕਿ ਤੁਹਾਡੇ ਬੱਚੇ ਤੁਹਾਡੇ ਵੱਲ ਦੇਖਣ ਤੇ ਆਪ ਵੀ ਉਹ ਬੰਦਗੀ ਕਰਨ, ਭਗਤੀ ਕਰਨ। ਜੇ ਤੁਸੀਂ ਜੁੜੋਗੇ, ਤੁਹਾਡੇ ਬੱਚੇ ਤੁਹਾਡੇ ਵੱਲ ਦੇਖ ਕੇ ਜੁੜਨਗੇ। ਤੁਸੀਂ ਆਪ ਭਗਤੀ ਕਰੋਗੇ, ਤੁਹਾਡੇ ਬੱਚੇ ਤੁਹਾਡੇ ਵੱਲ ਦੇਖ ਕੇ ਭਗਤੀ ਕਰਨੀ ਸ਼ੁਰੂ ਕਰੋਗੇ। ਪਰ ਤੁਸੀਂ ਆਪ ਹੀ ਨਹੀਂ ਕਰਦੇ, ਤੁਹਾਡੇ ਬੱਚੇ ਕੀ ਕਰਨਗੇ? ਜੇ ਬੱਚਾ ਭਗਤੀ ਕਰਦਾ, ਕਈ ਘਰਾਂ 'ਚ ਦੇਖਣ ਨੂੰ ਮਿਲਿਆ, ਜੇ ਬੱਚੇ ਭਗਤੀ ਕਰਦੇ ਆ ਤਾਂ ਮਾਂ-ਬਾਪ ਨਹੀਂ ਕਰਨ ਦਿੰਦੇ। ਉਹ ਨਹੀਂ ਉੱਠ ਜਾ ਜ਼ਿਆਦਾ ਨਾ ਬੈਠਿਆ ਕਰ, ਕਿਤੇ ਤੂੰ ਬਾਬਾ ਨਾ ਬਣ ਜੀ। ਕੁੜੀ ਭਗਤੀ ਕਰਨ ਲੱਗ ਪਈ ਤੇ ਕੁੜੀਆਂ ਰੋਕਦੇ, ਨਹੀਂ ਤੂੰ ਜ਼ਿਆਦਾ ਭਗਤੀ ਨਾ ਕਰ। ਫਕੀਰ ਕੋਲੋਂ, ਸੰਤਾਂ ਮਹਾਂਪੁਰਸ਼ਾਂ ਕੋਲੋਂ ਅਸੀਂ ਸਭ ਕੁਝ ਮੰਗਦੇ ਹਾਂ। ਫਕੀਰਾਂ ਕੋ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਸਲਾਮਾਂ ਕਰਦੇ ਹਾਂ, ਕਿੰਨਾ ਕੁਝ ਮੰਗਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕੋਈ ਇਹ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਵੀ ਫਕੀਰ ਬਣੇ। ਇਹ ਕੋਈ ਨਹੀਂ ਚਾਹੁੰਦਾ। ਫਕੀਰ ਕੋਲ ਚਾਹੀਦਾ ਤੁਹਾਨੂੰ ਸਭ ਕੁਝ ਆ, ਪਰ ਕੋਈ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਵੀ ਫਕੀਰ ਬਣੇ, ਮੇਰਾ ਬੱਚਾ ਵੀ ਭਗਤ ਬਣੇ, ਮੇਰਾ ਬੱਚਾ ਵੀ ਕੋਈ ਸੰਤ ਮਹਾਂਪੁਰਸ਼ ਬਣੇ। ਅੱਜ ਕੋਈ ਚਾਹੁੰਦਾ? ਕੋਈ ਨਹੀਂ ਚਾਹੁੰਦਾ। ਕੋਈ ਬਿਰਲਾ ਬਿਰਲਾ ਇੱਕ ਅੱਧ, ਲੱਖਾਂ 'ਚ ਕੋਈ ਇੱਕ ਅੱਧਾ ਹੀ ਹੋਣਾ, ਲੱਖਾਂ 'ਚ ਵੀ ਕਰੋੜਾਂ 'ਚ ਕੋਈ ਇੱਕ ਅੱਧਾ ਹੋਣਾ ਹੈ। ਮੇਰੀ ਆਪਦੇ ਚਰਨਾਂ 'ਚ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਥੋੜਾ ਪਰਮਾਤਮਾ ਦੇ ਨਾਲ ਜੋੜਨਾ ਸ਼ੁਰੂ ਕਰੋ। ਠੀਕ ਆ? ਆਪ ਵੀ ਬੈਠਿਆ ਕਰੋ ਔਰ ਬੱਚਿਆਂ ਨੂੰ ਨਾਲ ਬਿਠਾਇਆ ਕਰੋ। ਆਪਣਾ ਇੱਕ ਨੇਮ ਬਣਾਓ ਰੋਜ਼ ਦਾ ਕਿ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਪਰਿਵਾਰ ਇਕੱਠਾ ਹੋ ਕੇ ਪ੍ਰਭੂ ਦੇ ਚਰਨਾਂ ਵਿੱਚ ਬੈਠਿਆ ਕਰੋ। ਜਿਸ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ ਉਹਨੂੰ ਮੰਨੋ, ਛੱਡਣ ਦੀ ਲੋੜ ਨਹੀਂ ਹੈਗੀ। ਜਿਸ ਵੀ ਧਰਮ 'ਚ ਰਹਿੰਦੇ ਹੋ ਉਹ ਧਰਮ ਵਿੱਚ ਰਹਿ ਕੇ ਧਰਮ ਮਰਿਆਦਾ ਅਨੁਸਾਰ ਆਪਣੇ ਬੰਦਗੀ ਕਰਨਾ ਸ਼ੁਰੂ ਕਰੋ। ਨਾਮ ਦੇ ਵਿੱਚ, ਪ੍ਰਭੂ ਦੇ ਸਿਮਰਨ ਦੇ ਵਿੱਚ, ਭਗਤੀ ਦੇ ਵਿੱਚ ਇਹ ਜਿਹੀ ਸ਼ਕਤੀ ਆ ਕਿ ਉਹ ਵੱਡੇ ਵੱਡੇ ਕਰਮਾਂ ਨੂੰ ਕੱਟ ਸਕਦਾ ਹੈ। ਉਹ ਤਾਂ ਕੱਟੇਗਾ ਜੇ ਅਸੀਂ ਨਿਸ਼ਕਾਮ ਭਾਵਨਾ ਭਗਤੀ ਕਰਾਂਗੇ, ਬਿਨਾਂ ਸਵਾਰਥ ਭਗਤੀ ਕਰਾਂਗੇ, ਬਿਨਾਂ ਇੱਛਾ ਰੱਖੇ ਅਸੀਂ ਨਾਮ ਸਿਮਰਨ ਦੀ ਕਮਾਈ ਕਰਾਂਗੇ, ਤਾਂ ਉਹ ਅਸਰ ਹੋਣਾ, ਤਾਂ ਤੁਹਾਡੇ ਕਰਮ ਕੱਟੇ ਜਾ ਸਕਦੇ ਆ। ਪ੍ਰਭੂ ਕਹਿੰਦੇ ਨੇ, ਪਰਮਾਤਮਾ ਕਹਿ ਰਿਹਾ ਕਿ ਬੇਟੇ ਪਹਿਲਾਂ ਜੋ ਮੈਂ ਕਹਿ ਰਿਹਾ ਉਹ ਕਰ। ਪਰਮਾਤਮਾ ਕਹਿ ਰਿਹਾ ਬੱਚਿਆਂ ਨੂੰ, ਆਪਣੇ ਸੰਗਤਾਂ ਨੂੰ ਕਹਿ ਰਿਹਾ ਕਿ ਜੋ ਮੈਂ ਕਹਿ ਰਿਹਾ ਪਹਿਲਾਂ ਉਹ ਕਰ, ਫਿਰ ਤੁਸੀਂ ਭਗਤੀ ਕਰੋਗੇ, ਵੱਧ ਤੋਂ ਵੱਧ ਸਮਾਂ ਦੋਗੇ। ਫਿਰ ਕਹਿੰਦੇ ਇੱਕ ਦਿਨ ਉਹ ਸਮਾਂ ਆਊਗਾ ਜੋ ਤੂੰ ਕਹੇਂਗਾ ਉਹ ਮੈਂ ਕਰੂੰਗਾ। ਪਹਿਲਾਂ ਪਰਮਾਤਮਾ ਕੀ ਕਹਿ ਰਿਹਾ ਕਿ ਜੋ ਮੈਂ ਕਹਿ ਰਿਹਾ ਉਹ ਕਰ, ਇੱਕ ਦਿਨ ਉਹ ਸਮਾਂ ਆਵੇਗਾ ਜੋ ਤੂੰ ਕਹੇਂਗਾ ਮੈਂ ਉਹ ਕਰੂੰਗਾ। ਕਹਿੰਦੇ ਨਾ, ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾ।
ਇੱਥੇ ਕਲਾਮਾਂ ਵੱਡੀ ਵੱਡੀ ਕਲਾਮਾਂ ਪੜ੍ਹਨ ਦੀ ਲੋੜ ਨਹੀਂ ਹੈਗੀ, ਰਿੱਧੀ ਸਿੱਧਿਆ ਕਰਨ ਦੀ ਲੋੜ ਨਹੀਂ ਹੈਗੀ। ਅਸੀਂ ਕਿਸੇ ਨੂੰ ਸਿੱਧ ਨਹੀਂ ਕਰ ਸਕਦੇ। ਇਹ ਪ੍ਰੇਮ ਦਾ ਸੌਦਾ ਆ। ਕੋਈ ਛਿੱਲੇ ਕੱਟਣ ਦੀ ਲੋੜ ਨਹੀਂ ਹੈਗੀ, ਕੋਈ ਪੁੱਠੇ ਸਿੱਧੇ ਹੋ ਕੇ ਲਟਕਣ ਦੀ ਲੋੜ ਨਹੀਂ ਹੈਗੀ। ਸਰੀਰ ਨੂੰ ਕਸ਼ਟ ਨਾ ਦਿਓ। ਇਸ ਸਰੀਰ ਵਿੱਚ ਅਸੀਂ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈਗੀ। ਕੰਮ ਤਾਂ ਸਾਰਾ ਮਨ ਦਾ ਆ, ਲੜਾਈ ਤਾਂ ਸਾਰੀ ਮਨ ਦੇ ਨਾਲ ਆ। ਅਸੀਂ ਐਵੇਂ ਆਪਣੇ ਸਰੀਰ ਨੂੰ ਕਸ਼ਟ ਦੇਈ ਜਾ ਰਹੇ ਹਾਂ। ਸਮਝੋ ਜਰਾ, ਕਸੂਰ ਤਾਂ ਸਾਰਾ ਮਨ ਦਾ ਆ, ਲੜਾਈ ਸਾਡੀ ਮਨ ਦੇ ਨਾਲ। ਅਸੀਂ ਐਵੇਂ ਸਰੀਰ ਨੂੰ ਕਸ਼ਟ ਦੇਈ ਜਾਂਦੇ ਹਾਂ। ਭੁੱਖੇ ਰਹਿਣ ਦੀ ਲੋੜ ਨਹੀਂ ਹੈਗੀ, ਪੁੱਠੇ ਸਿੱਧੇ ਲਟਕਣ ਦੀ ਲੋੜ ਨਹੀਂ ਹੈਗੀ, ਨੰਗੇ ਪੈ ਜਾਣ ਦੀ ਕਿਤੇ ਲੋੜ ਨਹੀਂ ਹੈਗੀ। ਬਸ ਪ੍ਰੇਮ ਕਰਨਾ ਸਿੱਖੋ। ਰੋਜ਼ ਆਪਣੇ ਗੁਰੂ ਦੇ ਹੁਕਮ ਅਨੁਸਾਰ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਨਾ ਸ਼ੁਰੂ ਕਰੋ। ਤੁਸੀਂ ਰੋਜ਼ ਅਭਿਆਸ ਕਰੋਗੇ, ਰੋਜ਼ ਨਾਮ ਸਿਮਰਨ ਦੀ ਕਮਾਈ ਕਰੋਗੇ, ਤਾਂ ਨਾਮ ਦੇ ਵਿੱਚ, ਸਿਮਰਨ ਦੇ ਵਿੱਚ ਇਹੋ ਜਿਹੀ ਤਾਕਤ ਆ, ਤੁਹਾਡੇ ਉਹ ਵੱਡੇ ਵੱਡੇ ਕਰਮਾਂ ਨੂੰ ਕੱਟ ਸਕਦੀ ਆ। ਪਰ ਨਿਸ਼ਕਾਮ ਭਗਤੀ ਹੋਣੀ ਚਾਹੀਦੀ ਤੁਹਾਡੀ। ਇਹ ਨਹੀਂ ਅਸੀਂ ਗੁਰੂ ਦੇ ਕੋਲ ਨਾਮ ਦਾ ਲਿਆ ਜੀ, ਗੁਰੂ ਵਾਲੇ ਬਣ ਗਏ ਤੇ ਬਾਅਦ ਚੋਂ ਭਗਤੀ ਨਹੀਂ ਕਰਨੀ। ਗੁਰੂ ਆਪ ਹੀ ਜਾਣੇ, ਗੁਰੂ ਸਾਡੀ ਰਕਸ਼ਾ ਆਪ ਹੀ ਕਰੇਗਾ, ਗੁਰੂ ਸਾਡਾ ਖਿਆਲ ਆਪ ਹੀ ਰੱਖੇਗਾ। ਗੁਰੂ ਨੇ ਠੇਕਾ ਨਹੀਂ ਲਿੱਤਾ ਹੈ ਕਿਸੇ ਦਾ। ਗੁਰੂ ਉਹਦਾ ਆ ਜਿਹੜਾ ਉਹਦਾ ਆ, ਜਿਹੜਾ ਗੁਰੂ ਦੇ ਆਪਣੇ ਗੁਰੂ ਦਾ ਆ, ਜਿਹੜਾ ਗੁਰੂ ਦਾ ਕਹਿਣਾ ਮੰਨਦਾ। ਗੁਰੂ ਉਹਦੇ ਨਾਲ ਹਮੇਸ਼ਾ। ਜੇ ਗੁਰੂ ਦੇ ਹੁਕਮ ਅਨੁਸਾਰ ਭਗਤੀ ਕਰਦਾ, ਗੁਰੂ ਉਹਦਾ। ਜਿਹੜਾ ਆਪਣੇ ਗੁਰੂ ਨਾਲ ਪ੍ਰੇਮ ਕਰਦਾ, ਗੁਰੂ ਵੀ ਆਪਣੇ ਬੱਚੇ ਨਾਲ ਪ੍ਰੇਮ ਕਰਦਾ। ਇਹ ਥੋੜੀ ਅਸੀਂ ਡਾਕਟਰ ਕੋਲ ਦਵਾਈ ਲੈ ਆਂਦੀ, ਦਵਾਈ ਲੈ ਕੇ ਅਸੀਂ ਘਰੇ ਰੱਖ ਦਿੱਤੀ, ਖਾਧੀ ਹੈ ਨਹੀਂ। ਸਾਨੂੰ ਕਿੱਦਾਂ ਪਤਾ ਡਾਕਟਰ ਸਹੀ ਹੈ ਜਾਂ ਗਲਤ ਆ? ਸਾਨੂੰ ਕਿੱਦਾਂ ਪਤਾ ਜਿਹੜੀ ਦਵਾਈ ਉਹਨੇ ਦਿੱਤੀ ਹੈ ਉਹ 'ਚ ਕਿੰਨੀ ਕੁ ਤਾਕਤ ਆ? ਅਸੀਂ ਡਾਕਟਰਾਂ ਨੂੰ ਫੇਲ ਕਰ, ਦਵਾਈ ਅਸੀਂ ਖਾਂਦੇ ਨਹੀਂ ਹੈਗੇ। ਡਾਕਟਰ ਕੋਲ ਦਵਾਈ ਲੈ ਕੇ ਘਰੇ ਰੱਖ ਦਿੰਦੇ ਆ। ਅਸੀਂ ਡਾਕਟਰ ਦਾ ਕਸੂਰ ਕੱਢ ਦਿੰਦੇ ਕਿ ਡਾਕਟਰ ਨਹੀਂ ਵਧੀਆ ਜੀ, ਮੈਂ ਤਾਂ ਦਵਾਈ ਲਿਆਂਦੀ ਸੀ, ਖਾਧੀ ਤਾਂ ਤੁਸੀਂ ਹੈ ਨਹੀਂ, ਲੈ ਕੇ ਘਰੇ ਰੱਖਤੀ ਦਵਾਈ। ਕਿੱਦਾਂ ਅਸਰ ਕਰੇਗਾ? ਕਿੱਦਾਂ ਪਤਾ ਲੱਗੇਗਾ ਦਵਾਈ ਸਹੀ ਹੈ ਗਲਤ ਆ, ਡਾਕਟਰ ਸਹੀ ਹੈ ਗਲਤ ਆ? ਇਸੇ ਤਰ੍ਹਾਂ ਹੀ ਗੁਰੂ ਤੋਂ ਨਾਮ ਸ਼ਬਦ ਲੈ ਕੇ ਆਉਂਦੇ ਆ, ਗੁਰੂ ਵਾਲੇ ਬਣਨੇ ਆ ਜਾਂ ਅੰਮ੍ਰਿਤ ਛਕਦੇ ਆ। ਠੀਕ ਹੈ, ਇਕੱਲੇ ਗੁਰੂ ਵਾਲੇ ਬਣਨਾ ਨਹੀਂ, ਕੁਛ ਬਣਨਾ। ਗੁਰੂ ਦੀ ਹੁਕਮ ਦੀ ਪਾਲਣਾ ਕਰਨੀ ਆ। ਗੁਰੂ ਨੇ ਜੋ ਸਾਨੂੰ ਇੱਕੋ ਕੰਮ ਦਿੱਤਾ ਕਿ ਬੰਦਗੀ ਕਰੋ, ਭਗਤੀ ਕਰੋ। ਤੁਹਾਡੇ ਕੋਲ ਉਹੀ ਨਹੀਂ ਹੁੰਦਾ। ਪਾਠ ਵੀ ਅਸੀਂ ਕਿੱਦਾਂ ਕਰਦੇ? ਚੱਲਦੇ ਫਿਰਦੇ ਜੀ, ਚੱਲਦੇ ਫਿਰਦੇ ਭੱਜੀ ਭੱਜੀ ਕਰੀ ਜਾਂਦੇ ਬਸ। ਜਿੱਦਾਂ ਕਿ ਸਬਜ਼ੀ ਵੇਚਦੇ ਹੁੰਦੇ ਆ, ਗੱਡੀਆਂ ਚਲਾਉਂਦੇ ਪਾਠ ਕਰੀ ਜਾ ਰਹੇ ਆ। ਕੰਮ ਤੇ ਜਾਣਾ ਲੇਟ ਹੋ ਰਿਹਾ, ਫਟਾਫਟ ਬਸ 1 ਮਿੰਟ 'ਚ ਪਾਠ ਕਰਕੇ ਚਲੇ ਜਾਂਦੇ ਆ। ਇਹਦੇ ਨਾਲ ਕੁਝ ਨਹੀਂ ਹੋਣ ਵਾਲਾ। ਇਹਦਾ ਤੁਸੀਂ ਆਪਣਾ ਵੀ ਟਾਈਮ ਖਰਾਬ ਕਰਦੇ ਪਏ ਹੋ, ਆਪਣੇ ਸਵਾਸਾਂ ਨੂੰ ਵੀ ਖਰਾਬ ਕਰਦੇ ਪਏ ਹੋ, ਆਪਣੇ ਜੀਵਨ ਨੂੰ ਵੀ ਤੁਸੀਂ ਖਰਾਬ ਕਰਦੇ ਪਏ ਹੋ। ਪਸ਼ੂਆਂ ਦੇ ਵਿੱਚ ਤੁਹਾਡੇ ਵਿੱਚ ਕੋਈ ਫਰਕ ਨਹੀਂ ਫਿਰ ਰਹਿ ਗਿਆ। ਪ੍ਰਭੂ ਨੂੰ ਮਿਲਣਾ ਚਾਹੁੰਦੇ ਹੋ, ਉਹਨੂੰ ਦੇਖਣਾ ਚਾਹੁੰਦੇ ਹੋ, ਅਨੁਭਵ ਕਰਨਾ ਚਾਹੁੰਦੇ ਹੋ, ਪਰਮਾਤਮਾ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ, ਤਾਂ ਸ਼ਾਂਤ ਹੋ ਕੇ, ਤੁਹਾਨੂੰ ਇਕਾਗਰ ਹੋ ਕੇ ਬੈਠਣਾ ਪਵੇਗਾ। ਚੌਂਕੜੀ ਮਾਰ ਕੇ ਤੁਹਾਨੂੰ ਬੈਠਣਾ ਹੀ ਪੈਣਾ ਆ, ਫਿਰ ਤੁਹਾਡੀ ਗੱਲ ਬਣਨੀ ਆ। ਅਸੀਂ ਸਿਰਫ ਪਾਠ ਕਰਨ ਤੱਕ ਹੀ ਮਤਲਬ ਰੱਖ ਲਿਆ। ਇੰਨੀ ਵਾਰ ਆਹ ਪਾਠ ਕਰ ਲਿਆ, ਇੰਨੀ ਵਾਰ ਉਹ ਪਾਠ ਕਰ ਲਿਆ, ਸਵੇਰੇ ਆਹ ਪਾਠ, ਸ਼ਾਮ ਨੂੰ ਆਹ ਪਾਠ ਕਰ ਲਿਆ, ਦੁਪਹਿਰ ਨੂੰ ਆਹ ਪਾਠ ਕਰ ਲਿਆ। ਸਿਮਰਨ ਕੀਤਾ ਨਹੀਂ ਹੈਗਾ। ਪਾਠ ਹੀ ਕਰਦੇ ਰਹਿ ਗਏ, ਸਿਮਰਨ ਕੀਤਾ ਨਹੀਂ ਹੈਗਾ। ਧਿਆਨ ਤਾਂ ਸਾਡਾ ਬਾਹਰ ਰਹਿ ਗਿਆ, ਮਨ ਤਾਂ ਸਾਡਾ ਬਾਹਰ ਹੀ ਭੱਜੀ ਗਿਆ। ਸਾਡੀ ਗੱਲ ਕਿੱਦਾਂ ਬਣੇਗੀ? ਬਸ ਇੱਕ ਮਨ ਸਮਝਾ ਰਹੀ, ਮੈਂ ਇੰਨੀ ਵਾਰ ਪਾਠ ਕਰ ਲਿਆ, ਬਸ ਇਹਸਾਨ ਕਰ ਦਿੱਤਾ ਪਰਮਾਤਮਾ ਤੇ, ਆਪਣੇ ਗੁਰੂ ਤੇ। ਆਪਣਾ ਨਿਤਨੇਮ ਕਰਨ ਤੋਂ ਬਾਅਦ, ਰੋਜ਼ ਪਾਠ ਕਰਨ ਤੋਂ ਬਾਅਦ ਸਿਮਰਨ ਕਰਿਆ ਕਰੋ। ਇਕਾਗਰ ਹੋ ਕੇ, ਸ਼ਾਂਤ ਹੋ ਕੇ ਬਹਿ ਜਾ ਕਰੋ। ਆਪਣੇ ਮਨ ਤੋਂ ਸਿਮਰਨ ਕਰਾਓ, ਅੰਤਰ ਦੇ ਵਿੱਚ ਮਨ ਤੋਂ ਸਿਮਰਨ ਕਰਾਓ। ਅੰਤਰ ਵਿੱਚ ਦੇਖਣ ਦੀ ਕੋਸ਼ਿਸ਼ ਕਰੋ, ਅੰਤਰ ਵਿੱਚ ਉਹ ਲੱਭਣ ਦੀ ਕੋਸ਼ਿਸ਼ ਕਰੋ। ਉਹ ਤੁਹਾਡੇ ਅੰਦਰ ਬੈਠਾ ਆ, ਉਹ ਨੇੜੇ ਤੋਂ ਵੀ ਨੇੜੇ ਆ, ਨੇੜੇ ਤੋਂ ਵੀ ਨੇੜੇ ਆ, ਪਰ ਤੁਸੀਂ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ। ਸੰਸਾਰ ਦੇ ਸਾਰੇ ਕੰਮਾਂ ਵਾਸਤੇ ਤੁਹਾਡੇ ਕੋਲ ਸਮੇਂ ਆ, ਪਰ ਪ੍ਰਭੂ ਦੇ ਲਈ ਤੁਹਾਡੇ ਕੋਲ ਸਮਾਂ ਨਹੀਂ ਹੈਗਾ। ਭਗਤੀ ਕਰਨ ਵਾਸਤੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ। 3 ਘੰਟੇ ਦੀ ਫਿਲਮ ਦੇਖਣਾ ਹੋਵੇ, ਅੱਖਾਂ ਪਾੜ ਕੇ ਦੇਖਦੇ ਰਹਿੰਦੇ 3 ਘੰਟੇ ਫਿਲਮ, ਸਿਨੇਮੇ ਵਿੱਚ ਬਹਿ ਕੇ, ਥੀਏਟਰ ਵਿੱਚ ਬਹਿ ਕੇ,
ਜਦੋਂ ਸਿਮਰਨ ਦੀ ਵਾਰੀ ਆਉਂਦੀ ਆ ਤੁਹਾਨੂੰ ਨੀਂਦ ਆਉਣ ਲੱਗ ਪੈਂਦੀ ਆ, ਤੁਹਾਡੇ ਗੋਡੇ ਦਰਦ ਕਰਦੇ, ਕਦੇ ਮੋਢੇ ਦਰਦ ਕਰਦੇ ਆ, ਕਦੇ ਪਿੱਠ ਦਰਦ ਕਰਦੀ ਆ। ਜਦੋਂ ਜਵਾਨੀ ਸੀ ਉਦੋਂ ਨਾਮ ਨਹੀਂ ਜਪਿਆ, ਜਦੋਂ ਬੁਢਾਪਾ ਆ ਗਿਆ ਤੇ ਤੁਹਾਡੇ ਹੱਡ ਗੋਡੇ ਦਰਦ ਕਰਨ ਲੱਗ ਗਏ, ਫਿਰ ਤੁਹਾਨੂੰ ਰੱਬ ਦੀ ਯਾਦ ਆ ਗਈ। ਫਿਰ ਪ੍ਰਭੂ ਨੂੰ ਸਵਾਲ ਰੱਖ ਦਿੱਤਾ ਕਿ ਪ੍ਰਭੂ ਪਹਿਲਾਂ ਮੈਨੂੰ ਠੀਕ ਕਰ, ਪਹਿਲਾਂ ਮੇਰੇ ਗੋਡੇ ਠੀਕ ਕਰ, ਪਹਿਲਾਂ ਮੇਰੇ ਮੋਢੇ ਠੀਕ ਕਰ, ਪਹਿਲਾਂ ਮੇਰੀ ਪਿੱਠ ਠੀਕ ਕਰ, ਫਿਰ ਮੈਂ ਨਾਮ ਜਪੂੰਗਾ ਜਾਂ ਜਪੂੰਗੀ। ਪਰਮਾਤਮਾ ਵੀ ਹੱਸਦਾ ਆ, ਗੁਰੂ ਵੀ ਹੱਸਦਾ ਆ ਕਿ ਜਦੋਂ ਜਵਾਨੀ ਸੀ ਉਦੋਂ ਮੈਨੂੰ ਪੁੱਛਿਆ ਨਹੀਂ, ਉਦੋਂ ਮੇਰੀ ਯਾਦ ਨਹੀਂ ਆਈ। ਜਦੋਂ ਬੁੱਢੇ ਹੋ ਗਏ ਹਨਾ, ਅੱਗੇ ਕੁਝ ਨਜ਼ਰ ਨਾ ਆਇਆ ਤਾਂ ਰੱਬ ਰੱਬ ਕਰਨ ਲੱਗੇ, ਹੱਡੋ ਗੋਡੇ ਰਹਿ ਗਏ ਤੇ ਨਾਮ ਜਪਣ ਬਹਿ ਗਏ। ਏਦਾਂ ਗੱਲ ਬਣਨ ਵਾਲੀ ਨਹੀਂ ਹੈਗੀ। ਠੀਕ ਹੈ, ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਠੀਕ ਹੈ, ਉਹਨੂੰ ਫਲਾਈਂਗ ਕਿਸ ਕਰਨ ਦੀ ਆਦਤ ਨਾ ਪਾਓ, ਹੈ ਇਹਨੂੰ ਗਾਲ ਕੱਢ ਇਦਾਂ ਦੀ ਆਦਤ ਨਾ ਪਾਓ। ਠੀਕ ਹੈ, ਇਹਨੂੰ ਅੱਖਾਂ ਮਾਰ ਇਦਾਂ ਦੀ ਆਦਤਾਂ ਨਾ ਪਾਓ। ਉਹਨੂੰ ਸਿਮਰਨ ਦੇ ਨਾਲ ਜੋੜੋ, ਉਹਨੂੰ ਕਹਿ ਵਾਹਿਗੁਰੂ ਵਾਹਿਗੁਰੂ ਕਹਿ, ਰਾਮ ਰਾਮ ਕਹਿ, ਓਮ ਨਮः ਸ਼ਿਵਾय ਓਮ ਨਮः ਸ਼ਿਵਾय ਕਹਿ। ਪ੍ਰਭੂ ਦੇ ਨਾਲ ਜੋੜੋ। ਬੱਚੇ ਕੱਚੇ ਭਾਂਡੇ ਹੁੰਦੇ ਆ, ਜਿੱਦਾਂ ਤੁਸੀਂ ਆਕਾਰ ਦੋਗੇ ਉੱਦਾਂ ਤੁਹਾਡੇ ਬੱਚਿਆਂ ਨੇ ਬਣ ਜਾਣਾ। ਪ੍ਰਭੂ ਦੇ ਨਾਮ ਦੇ ਵਿੱਚ ਐ ਜੀ ਸ਼ਕਤੀ ਆ, ਉਹ ਵੱਡੇ ਵੱਡੇ ਕਰਮਾਂ ਨੂੰ ਕੱਟ ਸਕਦੇ ਆ, ਤੁਹਾਡੇ ਜੀਵਨ ਦੇ ਵਿੱਚ ਬਦਲਾਵ ਲਿਆ ਸਕਦੇ ਆ। ਭਗਤੀ ਵਿੱਚ ਇੰਨੀ ਸ਼ਕਤੀ ਆ। ਅਗਰ ਦਾਸ ਦਾ ਤੁਸੀਂ ਜੰਤਰੀ ਬਣਾ ਕੇ ਦੇਖੋਗੇ ਜਾਂ ਟੇਵਾ ਬਣਾ ਕੇ ਦੇਖੋਗੇ ਤਾਂ ਮੇਰੀ ਕਿਸਮਤ ਦੀ ਰੋਟੀ ਨਹੀਂ ਹੈਗੀ, ਜੇ ਤੁਸੀਂ ਦੁਨਿਆਵੀ ਹਿਸਾਬ ਨਾਲ ਚੱਲਦੇ ਹੋ। ਪਰ ਉਹ ਪ੍ਰਭੂ ਦੀ ਕਿਰਪਾ, ਪਰਮਾਤਮਾ ਦੀ ਕਿਰਪਾ ਆ, ਮੇਰੇ ਗੁਰੂ ਦੀ ਕਿਰਪਾ ਆ, ਕਿਸੇ ਗੱਲ ਦੀ ਕਮੀ ਨਹੀਂ। ਆ ਦਾਸ ਨੂੰ ਬਾਦਸ਼ਾਹ ਬਣਾ ਦਿੱਤਾ, ਆ ਦਾਸ ਨੂੰ ਬਾਦਸ਼ਾਹ ਬਣਾਵਾਤਾ ਪਰਮਾਤਮਾ ਨੇ, ਮੇਰੇ ਗੁਰੂ ਨੇ ਮੈਨੂੰ। ਇਸ ਕਰਕੇ ਜਦੋਂ ਵੀ ਸਮੇਂ ਮਿਲਦਾ ਪ੍ਰਭੂ ਦੀ ਯਾਦ 'ਚ ਬਹਿ ਜਾ ਕਰੋ। ਜਿਸ ਤਰ੍ਹਾਂ ਅਸੀਂ ਕੋਈ ਬੀਜ ਪਾਣਾ, ਬੂਟਾ ਲਾਣਾ ਹੋਵੇ, ਕੋਈ ਦਰਖਤ ਲਾਣਾ ਹੋਵੇ, ਬੀਜ ਜਦੋਂ ਇਹ ਬੀਜ ਧਰਤੀ ਵਿੱਚ ਪਾਉਂਦੇ ਆ ਨਾ, ਸਾਨੂੰ ਇਹਦੀ ਸੰਭਾਲ ਕਰਨੀ ਪੈਂਦੀ ਆ, ਦੇਖ ਰੇਖ ਕਰਨੀ ਪੈਂਦੀ ਆ, ਫਿਰ ਪਾਣੀ ਦੇਣਾ ਪੈਂਦਾ ਆ, ਫਿਰ ਬੂਟਾ ਹੌਲੀ ਹੌਲੀ ਵੱਡਾ ਹੁੰਦਾ ਆ। ਜੇ ਅਸੀਂ ਬੀਜ ਪਾਉਣ ਤੋਂ ਲੈ ਕੇ ਵੱਡੇ ਹੋਣ ਤੱਕ ਧਿਆਨ ਰੱਖਾਂਗੇ ਤਾਂ ਅੱਛੇ ਫਲ ਲੱਗਣਗੇ। ਠੀਕ ਹੈ, ਅੱਛਾ ਦਰਖਤ ਲੱਗੇਗਾ। ਅਸੀਂ ਜਦੋਂ ਪੱਕ ਜਾਂਦਾ, ਬੱਚੇ ਵੱਡੇ ਹੋ ਜਾਂਦੇ, ਫਿਰ ਅਸੀਂ ਢਾਲਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਢਲਦਾ ਨਹੀਂ, ਫਿਰ ਅਸੀਂ ਦੁਖੀ ਹੁੰਦੇ ਹਾਂ, ਫਿਰ ਟੇਵੇ ਜੰਤਰੇ ਚੱਕ ਕੇ ਤੁਰੇ ਫਿਰਦੇ ਰਹਿੰਦੇ ਹਾਂ, ਕਦੇ ਆਹ ਉਪਾਏ ਕਰ ਲੈ, ਕਦੇ ਉਹ ਉਪਾਏ ਕਰ ਲੈ। ਜੇ ਉਪਾਏ ਕਰਨ ਨਾਲ, ਯੰਤਰੀਆਂ ਨਾਲ, ਧਾਗੇ ਤਵੀਤ ਪਾਉਣ ਨਾਲ, ਹਨਾ ਨੀਲਮ ਪੱਲਾ ਪੁਰਖ ਰਾਜ ਪਾਉਣ ਨਾਲ ਜੇ ਜੀਵਨ ਬਦਲਦਾ ਹੁੰਦਾ, ਅੱਜ ਸਾਰਾ ਸੰਸਾਰ ਸੁਖੀ ਹੋ ਜਾਣਾ ਸੀ। ਇਸ ਕਰਕੇ ਅੰਧ ਵਿਸ਼ਵਾਸਾਂ ਨਾ ਪੋ। ਆਪਣੀ ਮਿਹਨਤ ਤੇ ਭਰੋਸਾ ਰੱਖੋ, ਆਪਣੇ ਗੁਰੂ ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ, ਔਰ ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ। ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਕੋਈ ਛੁੱਟੀ ਨਹੀਂ ਕਰਨੀ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਤੁਹਾਡੀ ਗੱਲ ਜ਼ਰੂਰ ਬਣੇਗੀ। ਨਾਮ ਸਿਮਰਨ ਦੀ ਕਮਾਈ ਜਿਹੜੀ ਆ, ਭਗਤੀ ਦੀ ਸ਼ਕਤੀ ਆ, ਉਹ ਵੱਡੇ ਵੱਡੇ ਕਰਮਾਂ ਨੂੰ ਕੱਟ ਦਿੰਦੀ ਆ। ਇਸ ਕਰਕੇ ਜਦੋਂ ਆਪਣੇ ਦੁਖੀ ਨਾ ਹੋਇਆ ਕਰੋ, ਠੀਕ ਹੈ ਨਾ, ਪਰੇਸ਼ਾਨ ਨਾ ਹੋਇਆ ਕਰੋ। ਦੁੱਖ ਵੀ ਤੁਸੀਂ ਆਪ ਹੀ ਇਕੱਠੇ ਕੀਤੇ ਆ, ਸੁੱਖ ਵੀ ਤੁਹਾਡੇ ਆਪ ਦੇ ਹੀ ਆ, ਤੁਹਾਡੇ ਕਰਮਾਂ ਸਾਥ ਤੁਹਾਨੂੰ ਮਿਲਦੇ ਵੇ। ਇਹ 'ਚ ਗੁਰੂ ਦਾ, ਪਰਮਾਤਮਾ ਕੋਈ ਲੈਣਾ ਦੇਣਾ ਨਹੀਂ ਹੈਗਾ। ਗੁਰੂ ਰੋਜ਼ ਤੁਹਾਨੂੰ ਹੋਕਾ ਦੇ ਰਿਹਾ ਕਿ ਬੇਟੇ ਅੰਮ੍ਰਿਤ ਵੇਲੇ ਸੰਭਾਲ ਕਰੋ, ਨਾਮ ਜਪੋ, ਬੰਦਗੀ ਕਰੋ, ਪਰ ਤੁਸੀਂ ਕਰਦੇ ਨਹੀਂ ਹੈਗੇ। ਤੁਸੀਂ ਮੈਂ ਕਰੀ ਜਾ ਰਹੇ ਆ। ਕਦੇ ਤੂੰ ਕਰਨਾ ਤਾਂ ਸਿੱਖੋ। ਮੈਂ ਨੂੰ ਦਿਲੋਂ ਭੁਲਾਓ ਆਪਣੇ। ਜਦੋਂ ਮੈਂ ਨੂੰ ਆਪਣੇ ਦਿਲ ਵਿੱਚ ਕੱਢੋਗੇ, ਤੂੰ ਲਿਆਓਗੇ ਤਾਂ ਗੱਲ ਬਣ ਜਾਵੇਗੀ ਤੁਹਾਡੀ। ਮੈਂ ਕਰਨਾ ਛੱਡ ਦਿਓ, ਤੂੰ ਕਹਿਣਾ ਸਿੱਖੋ। ਤੂੰ ਹੀ ਤੂੰ, ਤੁਹਾਡੀ ਗੱਲ ਬਣ ਜਾਏਗੀ। ਐਵੇਂ ਨਾ ਚਿੰਤਾ ਕਰਿਆ ਕਰੋ, ਪਰੇਸ਼ਾਨੀ ਚਿੰਤਾ ਨਾ ਕਰਿਆ ਕਰੋ। ਗੁਰੂ ਤੇ ਭਰੋਸਾ ਰੱਖ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਨਾਮ ਸਿਮਰਨ ਦੀ ਕਮਾਈ ਇਕੱਠੀ ਕਰੋ। ਆਪ ਵੀ ਬੈਠੋ ਔਰ ਬੱਚਿਆਂ ਨੂੰ ਆਪਣੇ ਨਾਲ ਬਿਠਾਓ। ਇੱਕ ਸਮਾਂ ਸ਼ਾਮ ਦਾ ਸੈੱਟ ਕਰ ਲਓ ਕਿ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਸਾਰਿਆਂ ਨੇ ਬਹਿ ਕੇ 1 ਘੰਟਾ, ਘੱਟੋ ਘੱਟ 1 ਘੰਟਾ ਸਿਮਰਨ ਕਰਨਾ, ਸਾਰਿਆਂ ਨੇ ਬੈਠ ਕੇ। ਇੰਨੇ 'ਚ ਤੁਹਾਡਾ ਪਰਿਵਾਰ 'ਚ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ। ਦੇਖੋ ਕਿੱਦਾਂ ਤੁਹਾਡੇ ਗ੍ਰਹਿ ਨਛੱਤਰ ਸਭ ਬਦਲਦੇ ਆਪਣੇ ਆਪ। ਇੱਕੋ ਕਰਕੇ ਤਾਂ ਦੇਖੋ, ਕਰਨੀ ਦਾ ਮਾਰਗ ਆ। ਪਰ ਤੁਸੀਂ ਕਹਿੰਦੇ ਡਾਕਟਰ ਆਪ ਹੀ ਦਵਾਈ ਖਾਵੇ, ਆਰਾਮ ਸਾਨੂੰ ਆ ਜਾਵੇ। ਸਹੀ ਗੱਲ ਨਹੀਂ। ਮਾਸਟਰ ਆਪ ਹੀ ਪੜ੍ਹੇ, ਆਪ ਹੀ ਉਹ ਪੇਪਰ ਦੇਵੇ, ਪਾਸ ਅਸੀਂ ਹੋ ਜਾਈਏ। ਏਦਾਂ ਹੋ ਸਕਦਾ ਕਦੇ? ਪੜ੍ਹਾਈ ਵੀ ਸਾਨੂੰ ਆਪ ਕਰਨੀ ਪੈਣੀ, ਮਿਹਨਤ ਵੀ ਸਾਨੂੰ ਆਪ ਕਰਨੀ। ਟੀਚਰ ਦਾ, ਗੁਰੂ ਦਾ ਮਤਲਬ ਕਿ ਤੁਹਾਨੂੰ ਰਸਤਾ ਦੱਸਣਾ, ਸਮਝਾਉਣਾ। ਠੀਕ ਹੈ,
ਚੱਲਣਾ ਤੁਹਾਨੂੰ ਆਪ ਹੀ ਪੈਣਾ, ਮਿਹਨਤ ਤੁਹਾਨੂੰ ਆਪ ਹੀ ਕਰਨੀ ਪੈਣੀ ਹੈ। ਠੀਕ ਹੈ, ਪਰ ਅਸੀਂ ਅੱਜ ਲੋਕਾਂ ਨੇ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਅਸੀਂ ਇਹ ਸੋਚਿਆ ਕਿ ਡਾਕਟਰ ਆਪ ਹੀ ਦਵਾਈ ਖਾਵੇ, ਆਰਾਮ ਸਾਨੂੰ ਆ ਜਾਵੇ। ਠੀਕ ਹੈ, ਮਾਸਟਰ ਆਪ ਹੀ ਪੜ੍ਹੇ, ਪਾਸ ਅਸੀਂ ਹੋ ਜਾਈਏ, ਹਨਾ। ਇੰਨੀਆਂ ਡਿਗਰੀਆਂ ਲੈ ਕੇ ਸਾਡੀ ਸੋਚ ਕਿੱਥੇ ਟਿਕ ਗਈ? ਧਾਗਿਆਂ ਦੇ, ਤਵੀਤਾਂ ਤੇ, ਆ ਨੀਲੀਆਂ ਪੀਲੀਆਂ ਸੁੱਚੇ ਮੋਤੀਆਂ ਮੁੰਦਰੀਆਂ ਪਾਣ ਤੇ, ਇੱਥੇ ਸਾਡਾ ਧਿਆਨ ਟਿਕ ਗਿਆ। ਪੜ੍ਹ ਕੇ ਤਾਂ ਅਸੀਂ ਗਿਆਨ ਪ੍ਰਾਪਤ ਕਰਨਾ ਸੀ, ਪਰ ਗਿਆਨ ਕਾਹਦਾ? ਕਿਤਾਬੀ ਗਿਆਨ ਇਕੱਠਾ ਕਰ ਲਿਆ, ਅਨੁਭਵ ਤਾਂ ਕੀਤਾ ਹੀ ਨਹੀਂ ਹੈ, ਅਧਿਆਤਮਿਕ ਗਿਆਨ ਤਾਂ ਇਕੱਠਾ ਕੀਤਾ ਹੀ ਨਹੀਂ ਹੈ, ਪ੍ਰੈਕਟੀਕਲ ਕੀਤਾ ਹੀ ਨਹੀਂ ਹੈਗਾ। ਦੁੱਖਾਂ ਨੂੰ ਅਸੀਂ ਫੜ ਕੇ ਬਹਿ ਗਏ ਹਾਂ। ਇਸ ਕਰਕੇ ਰੋਜ਼ ਸਿਮਰਨ ਕਰਨਾ ਸ਼ੁਰੂ ਕਰੋ, ਰੋਜ਼ ਬੰਦਗੀ ਕਰਨਾ ਸ਼ੁਰੂ ਕਰੋ। ਤੁਹਾਡੇ ਦੁੱਖਾਂ ਦੀ ਦਵਾਈ ਸਿਮਰਨ ਆ, ਭਗਤੀ ਆ, ਬੰਦਗੀ ਆ। ਠੀਕ ਹੈ, ਆਪਣੇ ਗੁਰੂ ਦਾ ਕਹਿਣਾ ਮੰਨੋ। ਠੀਕ ਹੈ, ਗੁਰੂ ਵਾਲੇ ਬਣੋ। ਸਤਸੰਗ ਕਿਤੇ ਵੀ ਤੁਹਾਡੇ ਨੇੜੇ ਆਲੇ ਦੁਆਲੇ ਕਿਤੇ ਸਤਸੰਗ ਹੁੰਦਾ, ਕੀਰਤਨ ਹੁੰਦਾ, ਕਥਾ ਹੁੰਦੀ, ਉੱਥੇ ਜਾ ਕੇ ਜਾਇਆ ਕਰੋ, ਸਮੇਂ ਕੱਢਿਆ ਕਰੋ ਆਪਣਾ। ठीक है, 100 काम छोड़कर अपना सत्संग में जाया करो, 1000 काम छोड़कर भजन सिमरन पे बैठा करो। एक बार ਉਹਦੇ ਬਣ ਕੇ ਤਾਂ ਦੇਖੋ, ਸੰਸਾਰ ਦੇ ਪਤਾ ਤੁਹਾਡੇ ਅੱਗੇ ਪਿੱਛੇ ਘੁੰਮਣੇ ਆ। ਤੁਸੀਂ ਵੀ ਸੁਖੀ, ਤੁਹਾਡੇ ਬੱਚੇ ਵੀ ਸੁਖੀ। ਜੇ ਤੁਹਾਡਾ ਘਰ ਵਾਲਾ ਲੜਦਾ ਆ, ਠੀਕ ਆ, ਕਈ ਆਂਦੀਆਂ ਭੈਣਾਂ ਇੱਥੇ ਆਂਦੀਆਂ ਵੀ ਬਾਬਾ ਜੀ ਸਾਡਾ ਘਰ ਵਾਲਾ ਲੜਦਾ ਬਹੁਤ ਆ, ਹਨਾ। ਤੁਸੀਂ ਆਪਣਾ ਰੋਟੀ ਪਾਣੀ ਬਣਾਉਂਦੇ ਹੋ, ਸਿਮਰਨ ਕਰਕੇ ਬਣਾਓ। ਪਾਣੀ ਦੇਣਾ ਸਿਮਰਨ ਕਰਕੇ ਦਿਓ, ਰੋਟੀ ਪਾਣੀ ਬਣਾਉਣੀ ਸਿਮਰਨ ਕਰਕੇ ਦਿਓ, ਆਪੀ ਬੁੱਧੀ ਸੈੱਟ ਹੋਵੇਗੀ। ਜਿੱਦਾਂ ਦਾ ਖਾਣਾ ਖਾਓਗੇ ਸਾਡਾ ਉੱਦਾਂ ਦਾ ਮਨ ਆਟੋਮੈਟਿਕ ਉਹਦਾ ਹੋ ਜਾਣਾ। ਜੇ ਰੋਟੀ ਬਣਾਵਾਂਗੇ, ਖਾਣਾ ਬਣਾਵਾਂਗੇ, ਪ੍ਰਭੂ ਦਾ ਨਾਮ ਲੈ ਕੇ ਬਣਾਵਾਂਗੇ, ਸਿਮਰਨ ਕਰਕੇ ਬਣਾਵਾਂਗੇ, ਉਹ ਅੰਮ੍ਰਿਤ ਬਣ ਜਾਂਦਾ। ਫਿਰ ਮਨ 'ਚ ਅੱਛੇ ਵਿਚਾਰ ਹੁੰਦੇ ਆ। ਠੀਕ ਹੈ ਨਾ। ਜੇ ਲੜਾਈ ਝਗੜ ਕੇ ਖਾਣਾ ਬਣਾਇਆ ਹੁੰਦਾ ਤਾਂ ਉਹ ਮਨ ਦੇ ਵਿੱਚ ਜੋ ਖਾਂਦਾ, ਸਾਡੇ ਮਨ ਦੇ ਵਿਚਾਰ ਵੀ ਉੱਦਾਂ ਦੇ ਹੁੰਦੇ ਆ। ਇਸ ਕਰਕੇ ਬੀਬੀਆਂ ਭੈਣਾਂ ਨੂੰ ਚਾਹੀਦਾ, ਜਦੋਂ ਰਸੋਈ ਤੁਸੀਂ ਖਾਣਾ ਬਣਾਉਂਦੇ ਹੋ, ਰੋਟੀ ਪਾਣੀ ਬਣਾਉਂਦੇ ਹੋ, ਤੇ ਸਿਮਰਨ ਕਰਕੇ ਬਣਾਇਆ ਕਰੋ, ਫਿਰ ਆਪਣੇ ਘਰ ਵਾਲੇ ਨੂੰ ਦਿਆ ਕਰੋ। ਠੀਕ ਆ। ਔਰ ਮੀਆਂ ਬੀਬੀ ਦੋਨੇ ਹੁੰਦੇ ਨੇ, ਇੱਕ ਦੂਜੇ ਨੂੰ ਪਤੀ ਪਤਨੀ ਨਾ ਸਮਝਿਆ ਕਰੋ, ਦੋਸਤ ਬਣ ਕੇ ਆਪਣਾ ਜੀਵਨ ਬਤੀਤ ਕਰੋ। ਇੱਕ ਦੂਜੇ ਸੁੱਖ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਠੀਕ ਹੈ, 2 ਗੱਲਾਂ ਉਹਦੀਆਂ ਮੰਨ ਲੀਆਂ, 2 ਗੱਲਾਂ ਆਪਣੀਆਂ ਮਨਾ ਲੀਆਂ। ਠੀਕ ਹੈ ਨਾ। ਇੱਕ ਦੂਜੇ ਨੂੰ ਸਮਝੋ, ਸਮਝਣ ਦੀ ਕੋਸ਼ਿਸ਼ ਕਰੋ। ਮੀਆਂ ਬੀਬੀ ਵਿੱਚ ਤੀਜਾ ਪਰਸਨ ਕੋਈ ਆਂਢੀ ਗੁਆਂਢੀ ਕੋਈ ਇੰਟਰਫੇਅਰ ਕਰੇ ਹੀ ਨਾ। ਤੁਸੀਂ ਆਪਣੇ ਫੈਸਲੇ ਆਪ ਖੁਦ ਲਓ। ਠੀਕ ਹੈ ਨਾ। ਪਤੀ ਦੇ ਸੁੱਖ ਵਿੱਚ ਸੁੱਖ ਸਮਝੋ, ਪਤੀ ਦੁੱਖ ਵਿੱਚ ਦੁੱਖ ਸਮਝੋ। ਠੀਕ ਹੈ। ਪਤੀ ਨੂੰ ਵੀ ਚਾਹੀਦਾ ਆਪਣੀ ਪਤਨੀ ਨੂੰ ਦੁੱਖ ਨੂੰ ਦੁੱਖ ਸਮਝੇ, ਸੁੱਖ ਵਿੱਚ ਸੁੱਖ ਸਮਝੇ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਐਵੇਂ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪਣੇ ਘਰ ਨਾ ਖਰਾਬ ਕਰਿਆ ਕਰੋ। ਅੱਜ ਕੱਲ੍ਹ ਇਹੀ ਕੁਝ ਹੋ ਰਿਹਾ। ਜੇ ਗਵਾਂਢਣ ਨੇ ਕੋਈ ਸੂਟ ਵਧੀਆ ਪਾ ਲਿਆ ਤਾਂ ਘਰ ਵਾਲੇ ਮਗਰ ਪਿੱਛੇ ਪੈ ਜਾਣਾ, ਨਹੀਂ ਮੈਨੂੰ ਉਹ ਸੂਟ ਚਾਹੀਦਾ, ਉਹ ਤੋਂ ਮਹਿੰਗਾ ਚਾਹੀਦਾ। ਜੇ ਉਹਨੇ ਕੋਈ ਜੁੱਤੀ ਨਵੀਂ ਲਿਆਂਦੀ, ਨਹੀਂ, ਘਰ ਵਾਲੇ ਕਹਿ ਤਾਂ ਮੈਨੂੰ ਜੁੱਤੀ ਉਹ ਚਾਹੀਦੀ ਹੈ। ਆਪਣੀ ਚਾਦਰ ਦੇ ਕੇ ਪੈਰ ਪਸਾਰਿਆ ਕਰੋ। ਐਵੇਂ ਇੱਕ ਦੂਜੇ ਨੂੰ ਦੇਖ ਕੇ ਕਿਸੇ ਦੁਨੀਆ ਜਿੱਤਣ ਨੂੰ ਨਹੀਂ ਹੈਗੀ, ਦੁਨੀਆ ਕੋਈ ਜਿੱਤ ਨਹੀਂ ਸਕਿਆ, ਨਾ ਹੀ ਆਪਾਂ ਦੁਨੀਆ ਨੂੰ ਖੁਸ਼ ਕਰ ਸਕਦੇ ਹਾਂ। ਆਪਣੇ ਆਪ ਨੂੰ ਖੁਸ਼ ਕਰ ਲਓ, ਆਪਣੇ ਪਰਿਵਾਰ ਨੂੰ ਖੁਸ਼ ਕਰ ਲਓ, ਇਹੀ ਬਹੁਤ ਆ। ਦੁਨੀਆ ਜਿੱਤਣ ਨਾਲੋਂ ਆਪਣੇ ਪਰਿਵਾਰ ਨੂੰ ਜਿੱਤ ਲਵੋ, ਇਹੀ ਬਹੁਤ ਆ। ਆਪਣੇ ਬੱਚਿਆਂ ਨੂੰ ਅੱਛੇ ਸੰਸਕਾਰ ਦੇ ਦਿਓ। ਜੇ ਮੀਆਂ ਵੀ ਤੁਸੀਂ ਦੋਨੇ ਖੁਸ਼ ਹੋ ਕੇ ਜੀਵਨ ਬਤੀਤ ਕਰੋਗੇ, ਤੁਹਾਡੇ ਵੱਲ ਦੇਖ ਕੇ ਤੁਹਾਡੇ ਬੱਚੇ ਵੀ ਤੁਹਾਡੇ ਵਰਗੇ ਬਣੋਗੇ। ਫਿਰ ਜੇ ਤੁਸੀਂ ਆਪਸ ਦੋਨੇ ਮੀਆਂ ਵੀ ਲੜਦੇ ਰਹੇ, ਤੁਹਾਡੇ ਬੱਚਿਆਂ ਦੇ ਕੇ ਉਹਨਾਂ ਨੂੰ ਲੜਾਈ ਭਾਵਨਾ ਆਇਆ ਨਹੀਂ ਆ, ਗਾਲਾਂ ਕੱਢਣੀ ਆਇਆ ਨਹੀਂ ਉਹਨਾਂ ਨੂੰ ਵੀ। ਠੀਕ ਹੈ। ਆਪਣੇ ਆਪ ਨੂੰ ਬਦਲੋ, ਫਿਰ ਤੁਹਾਡੇ ਉਹ ਬੱਚੇ ਬਦਲੋਗੇ। ਠੀਕ ਹੈ। ਅੱਜ ਕੱਲ੍ਹ ਕੀ ਸਮਾਂ ਚੱਲਦਾ, ਘਰ ਵਾਲੀ ਨੂੰ ਬਦਲੀ ਜਾ ਰਿਹਾ, ਬਦਲਣ ਦੀ ਕੋਸ਼ਿਸ਼ ਕਰ ਰਿਹਾ, ਘਰ ਵਾਲੇ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਆ, ਮਾਂ-ਬਾਪ ਆਪਣੇ ਬੱਚਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ, ਬੱਚੇ ਆਪਣੇ ਮਾਂ-ਬਾਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ, ਗੁਰੂ ਸ਼ਿਸ਼ੇ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਸ਼ਿਸ਼ੇ ਗੁਰੂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਪਿਆ, ਪਰ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੋਈ ਨਹੀਂ ਕਰ ਰਿਹਾ। ਇਹੀ ਕਾਰਨ ਲੜਾਈ ਹੋ ਰਹੀ ਆ। ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਜੇ ਇੱਕ ਬੱਚਾ ਲੜਦਾ ਪਿਆ, ਜੇ ਉਹ ਇੱਕ ਬੰਦਾ ਘਰ 'ਚ ਵੀ ਲੜਦਾ ਪਿਆ, ਦੂਜੇ ਬੰਦੇ ਨੂੰ ਚੁੱਪ ਕਰ ਜਾਣਾ ਚਾਹੀਦਾ। ਠੀਕ ਹੈ। ਆਪਣੇ ਫੈਸਲੇ ਖੁਦ ਆਪ ਕਰਿਆ ਕਰੋ। ਆਪਣੀ ਲਾਈਫ ਦੇ ਵਿੱਚ ਕਿਸੇ ਤੀਜੇ ਬੰਦੇ ਨੂੰ ਇੰਟਰਫੇਅਰ ਕਰਨਾ ਦਿਓ। ਠੀਕ ਹੈ। ਫਿਰ ਤੁਹਾਡੀ ਵਧੀਆ ਲਾਈਫ ਹੋਵੇਗੀ। ਔਰ ਆਪ ਵੀ ਭਜਨ ਸਿਮਰਨ ਕਰਿਆ ਕਰੋ, ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਭਜਨ ਸਿਮਰਨ ਕਰਾਇਆ ਕਰੋ, ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ। ਠੀਕ ਹੈ। ਰੋਟੀ ਪਾਣੀ ਜਦੋਂ ਬਣਾਉਣਾ ਪ੍ਰਭੂ ਦਾ ਨਾਮ ਲੈ ਕੇ ਬਣਾਇਆ ਕਰੋ। ਠੀਕ ਹੈ। ਤੁਸੀਂ ਬਾਹਰ ਕੰਮ ਕਰਦੇ ਹੋ, ਪ੍ਰਭੂ ਦਾ ਗੁਰੂ ਦਾ ਕੰਮ ਸਮਝ ਕੇ ਕੰਮ ਕਰਿਆ ਕਰੋ ਬਾਹਰ ਵੀ। ਠੀਕ ਹੈ। ਮਿਹਨਤ ਕਰਿਆ ਕਰੋ ਆਪਣੀ।
ईमानदारी ਨਾਲ ਕੰਮ ਕਰੋ ਆਪਣਾ, ਦਸਾਂ ਨੌ ਦੀ ਕਮਾਈ ਕਰੋ, ਠੀਕ ਹੈ। ਬੇਈਮਾਨੀ ਨਹੀਂ ਕਰਨੀ, ਚੋਰੀ ਠੱਗੀ ਨਹੀਂ ਕਰਨੀ, ਕਿਸੇ ਨੇ ਵੀ ਕਿਸੇ ਨੂੰ ਧੋਖਾ ਨਹੀਂ ਦੇਣਾ, ਠੀਕ ਹੈ। ਪ੍ਰੇਮ ਕਰਨਾ ਸਿੱਖੋ, ਇੱਕ ਦੂਜੇ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ। ਫਿਰ ਤੁਹਾਡਾ ਜੀਵਨ ਬਦਲੇਗਾ। ਆਪਨੇ ਮੈਂ ਇਹੀ ਉਮੀਦ ਆਪ ਜੀ ਤੋਂ ਕਰਦਾ, ਛੋਟੀ ਛੋਟੀ ਕਹਾਣੀਆਂ ਰੋਜ਼ ਪਾਣਾ, ਤੁਹਾਨੂੰ ਤੁਹਾਡੇ ਨਾਲ ਵਿਚਾਰ ਕਰਦਾ ਕਿ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਾਵੇ, ਠੀਕ ਹੈ। ਅਸੀਂ ਆਪਣੇ ਬੱਚਿਆਂ ਦੇ ਕਰਮ ਨਹੀਂ ਚੇਂਜ ਕਰ ਸਕਦੇ, ਜਿੰਨੀ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ, ਪਰ ਹਾਂ ਜੇ ਅਸੀਂ ਭਜਨ ਸਿਮਰਨ ਕਰਾਂਗੇ, ਨਾਮ ਦੀ ਕਮਾਈ ਕਰਾਂਗੇ, ਤਾਂ ਅਸੀਂ ਸਾਡੇ ਕਰਮਾਂ ਵੱਡੇ ਵੱਡੇ ਕਰਮ ਕੱਟੇ ਜਾ ਸਕਦੇ। ਪਰ ਇਹ ਵੀ ਗੱਲ ਯਾਦ ਰੱਖੋ, ਮੈਂ ਰੋਟੀ ਖਾਣੀ ਆ ਤੇ ਮੇਰੀ ਭੁੱਖ ਮਿਟਣੀ ਆ, ਤੁਹਾਡੀ ਭੁੱਖ ਨਹੀਂ ਮਿਟਣੀ, ਨਾ ਮੇਰੇ ਗੁਆਂਢੀ ਦੀ ਭੁੱਖ ਮਿਟਣੀ ਆ। ਮੈਂ ਹੀ ਰੋਟੀ ਖਾਧੀ ਆ, ਮੇਰੀ ਹੀ ਭੁੱਖ ਮਿਟਣੀ ਆ। ਮੈਂ ਪਾਣੀ ਪੀਤਾ ਤੇ ਮੇਰੀ ਹੀ ਪਿਆਸ ਮਿਟਣੀ ਆ, ਠੀਕ ਹੈ ਨਾ। ਔਰ ਮੈਂ ਪਾਠ ਕੀਤਾ, ਮੈਂ ਸਿਮਰਨ ਕੀਤਾ, ਤਾਂ ਉਹਦਾ ਫਾਇਦਾ ਵੀ ਮੈਨੂੰ ਹੀ ਮਿਲਣਾ, ਕਿਸੇ ਦੂਜੇ ਪਰਸਨ ਨੂੰ ਨਹੀਂ ਮਿਲਣਾ, ਠੀਕ ਹੈ। ਜੇ ਤੁਸੀਂ ਆਪਣੇ ਆਪ ਨੂੰ ਸੁਖੀ ਕਰਨਾ ਚਾਹੁੰਦੇ ਹੋ, ਆਪਣੇ ਆਪ ਨੂੰ ਖੁਸ਼ਹਾਲ ਜੀਵਨ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪ ਹੀ ਤੁਹਾਨੂੰ ਬੰਦਗੀ ਕਰਨੀ ਪੈਣੀ, ਆਪ ਹੀ ਤੁਹਾਨੂੰ ਭਗਤੀ ਕਰਨੀ ਪੈਣੀ ਆ। ਨਹੀਂ ਕਈ ਬੀਬੀਆਂ ਭੈਣਾਂ ਆਉਂਦੀਆਂ ਜਾਂ ਭਰਾ ਆਉਂਦੇ ਆ, ਕਹਿੰਦੇ ਦੱਸੋ ਜੀ, ਮੈਨੂੰ ਦੱਸੋ, ਮੈਂ ਸੇਵਾ ਕਰਨ ਲਈ ਤਿਆਰ ਹਾਂ, ਮੈਂ ਭਗਤੀ ਕਰਨ ਲਈ ਤਿਆਰ ਹਾਂ, ਪਰ ਮੇਰੇ ਬੱਚੇ ਸੁਖੀ ਹੋ ਜਾਣ, ਹਨਾ, ਕਿ ਮੈਂ ਇਹ ਕਰਨ ਲਈ ਤਿਆਰ ਹਾਂ, ਮੇਰੇ ਬੱਚੇ ਸੁਖੀ ਹੋ ਜਾਣ। ਇਦਾਂ ਨਹੀਂ ਹੋਣਾ। ਜਿਹੜਾ ਭਗਤੀ ਕਰੂੰਗਾ ਉਹਨੂੰ ਹੀ ਫਲ ਮਿਲਣਾ ਹੈ। ਜਿਹੜਾ ਰੋਟੀ ਖਾਊਂਗਾ ਭੁੱਖ ਉਹਦੀ ਵੀ ਮਿਟਣੀ ਆ, ਜਿਹੜਾ ਪਾਣੀ ਪੀਊਂਗਾ ਪਿਆਸ ਉਹਦੀ ਮਿਟਣੀ ਆ, ਠੀਕ ਹੈ। ਅਸੀਂ ਪਾਠ ਕਰਨਾ ਸ਼ੁਰੂ ਕਰ ਦਿੰਦੇ, ਲੈ ਇੰਨੇ ਪਾਠ ਕਰਨੇ ਜੀ, ਸ਼ਾਇਦ ਉਹਦੇ ਔਲਾਦ ਹੋ ਜਾਵੇ, ਜਾਂ ਉਹਦਾ ਇਹ ਕੰਮ ਬਣ ਜਾਵੇ, ਜਾਂ ਉਹ ਸੁਖੀ ਹੋ ਜਾਵੇ, ਜਾਂ ਘਰ 'ਚ ਲੜਾਈ ਝਗੜਾ ਖਤਮ ਹੋ ਜਾਵੇ, ਜਾਂ ਘਰ ਵਾਲੀ ਸੁਧਰ ਜਾਵੇ, ਜਾਂ ਘਰ ਵਾਲਾ ਸੁਧਰ ਜਾਵੇ। ਅਸੀਂ ਪਾਠ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਏਦਾਂ ਕੁਛ ਨਹੀਂ ਹੋਣ ਵਾਲਾ। ਜਿਹਨੇ ਰੋਟੀ ਖਾਧੀ ਉਹਦੀ ਭੁੱਖ ਮਿਟਣੀ ਆ, ਜਿਹੜਾ ਭਗਤੀ ਕਰੂੰਗਾ ਆਨੰਦ ਉਹਨੂੰ ਹੀ ਮਿਲਣਾ ਹੈ, ਠੀਕ ਹੈ। ਇਹ ਗੱਲ ਯਾਦ ਰੱਖੋ ਹਮੇਸ਼ਾ, ਆਪਣੇ ਆਪ ਨੂੰ ਭਗਤੀ ਕਰਨੀ ਪੈਣੀ ਆ, ਠੀਕ ਹੈ। ਇਹਦਾ ਫਲ ਵੀ ਤੁਹਾਨੂੰ ਹੀ ਮਿਲਣਾ, ਦੂਜੇ ਕਿਸੇ ਨੂੰ ਨਹੀਂ ਮਿਲਣਾ, ਇਹ ਯਾਦ ਰੱਖੋ ਹਮੇਸ਼ਾ। ਅਸੀਂ ਲੋਕ ਹਵਨ ਜਾ ਕਰਦੇ ਹਾਂ, ਪੈਸਾ ਦੇ ਕੇ ਕਰਾਉਂਦੇ ਹਾਂ, ਠੀਕ ਹੈ। ਘਰ 'ਚ ਹਵਨ ਕਰਾਇਆ, ਪੈਸੇ ਦੇ ਕਰਾ ਲਿਆ, ਕਿੰਨੇ ਜਨੇ ਪੰਡਤ ਬੁਲਾ ਲਏ ਜਾਂ ਕੋਈ ਬਾਬੇ ਬੁਲਾ ਲਏ, ਹਵਨ ਜਾਂ ਕਰਦੇ ਆ, ਠੀਕ ਹੈ ਨਾ। ਇਹ ਖੁਦ ਆਪ ਕਰਨ ਦੀ ਕੋਸ਼ਿਸ਼ ਕਰੋ, ਆਪ ਵਿੱਚ ਬੈਠੋ, ਸਿਮਰਨ ਆਪ ਕਰੋ ਬਹਿ ਕੇ, ਤਾਂ ਉਹ ਫਲ ਉਹਦਾ ਮਿਲਣਾ ਹੈਗਾ। ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਾਓ, ਆਪਣੇ ਘਰ ਵਿੱਚ ਗੁਰੂ ਸਾਹਿਬ ਨੂੰ ਲਿਆਇਆ ਕਰੋ, ਆਪਣੇ ਘਰ ਦੇ ਵਿੱਚ ਤੁਹਾਡਾ ਘਰ ਵੀ ਪਵਿੱਤਰ ਹੋਵੇ, ਤੁਸੀਂ ਆਪ ਹੀ ਬੈਠ ਕੇ ਸਿਮਰਨ ਕਰਿਆ ਕਰੋ ਨਾਲ, ਫੇਰ ਗੱਲ ਬਣਨੀ ਤੁਹਾਡੀ। ਅਸੀਂ ਪੈਸੇ ਦੇਣੇ ਲੋਕਾਂ ਨੂੰ, ਲਓ ਜੀ ਪੈਸੇ ਲੈ ਲਾ ਵੀ ਇੰਨੇ, ਤੂੰ ਪਾਠ ਕਰਦੇ ਵੀ, ਸਾਡੇ ਨਾਂ ਦੀ ਅਰਦਾਸ ਕਰਦੇ, ਸਾਡਾ ਕੰਮ ਬਣ ਜਾਵੇ, ਸਾਡੇ ਤਾਂ ਨਾਂ ਦੀ ਅਰਦਾਸ ਕਰਦੇ, ਸਾਡਾ ਆਹ ਹੋ ਜਾਵੇ, ਸਾਡਾ ਉਹ ਹੋ ਜਾਵੇ। ਏਦਾਂ ਕੁਝ ਨਹੀਂ ਹੋਣ ਵਾਲਾ, ਨਾਲੇ ਪੈਸੇ ਵੀ ਤੁਹਾਡੇ ਜਾਂਦੇ ਆ, ਨਾਲੇ ਤੁਹਾਡਾ ਸਮੇਂ ਵੀ ਖਰਾਬ ਹੁੰਦਾ ਹੈ। ਏਦਾਂ ਕੁਝ ਨਹੀਂ ਹੋਣ ਵਾਲਾ, ਆਪ ਹੀ ਮਰੇ ਸਵਰਗ ਮਿਲਦਾ ਹੈ। ਤੇ ਇਸ ਕਰਕੇ ਆਪ ਹੀ ਭਗਤੀ ਕਰੋ, ਠੀਕ ਹੈ। ਆਪ ਹੀ ਨਾਮ ਸਿਮਰਨ ਦੀ ਕਮਾਈ ਇਕੱਠੀ ਕਰੋ, ਠੀਕ ਹੈ। ਇਹਦਾ ਫਾਇਦਾ ਵੀ ਤੁਹਾਨੂੰ ਆ, ਤੁਹਾਡੇ ਗੁਆਂਢੀਆਂ ਨੂੰ ਫਾਇਦਾ ਨਹੀਂ ਹੈਗਾ, ਠੀਕ ਹੈ। ਅੱਜ ਤੋਂ ਹੀ ਦਾਸ ਆਪਦੇ ਚਰਨਾਂ 'ਚ ਇਹੀ ਬੇਨਤੀ ਕਰਦਾ ਕਿ ਵਹਿਮਾਂ ਭਰਮਾਂ 'ਚੋਂ ਬਾਹਰ ਨਿਕਲ ਜਾਓ, ਠੀਕ ਹੈ। ਆਪਣੇ ਹੱਥਾਂ ਤੇ ਹੱਥਾਂ ਤੇ ਭਰੋਸਾ ਰੱਖੋ। ਪਰਮਾਤਮਾ ਨੇ ਤੁਹਾਨੂੰ ਦੋ ਹੱਥ ਦਿੱਤੇ ਆ, ਕਰਮ ਕਰਨ ਵਾਸਤੇ ਦਿੱਤੇ ਆ, ਠੀਕ ਹੈ। ਜੀਭਾ ਦਿੱਤੀ ਅੱਛਾ ਬੋਲਣ ਵਾਸਤੇ ਦਿੰਦੀ ਆ, ਨਾਮ ਦੀ ਕਮਾਈ ਕਰਨ ਵਾਸਤੇ ਦਿੱਤੀ ਆ, ਪ੍ਰਭੂ ਦਾ ਗੁਣਗਾਨ ਕਰਨ ਵਾਸਤੇ ਦਿੱਤੀ ਆ। ਕੰਨ ਦਿੱਤੇ ਆ ਅੱਛੇ ਵਿਚਾਰ ਸੁਣਨ ਵਾਸਤੇ, ਤੇ ਕਿਸੇ ਦੀ ਨਿੰਦਿਆ ਚੁਗਲੀ ਨਾ ਸੁਣੋ, ਨਾ ਕਰੋ ਤੇ ਨਾ ਸੁਣੋ, ਠੀਕ ਹੈ। ਅੰਦਰ ਵਾਜਾ ਗੁਰਬਾਣੀ ਸੁਣਨ ਵਾਸਤੇ ਦਿੱਤੀ ਤੁਹਾਨੂੰ ਕੰਨ, ਠੀਕ ਹੈ। ਅੱਖਾਂ ਬੁਰੀਆਂ ਚੀਜ਼ਾਂ ਨਾ ਦੇਖਿਆ ਕਰੋ, ਠੀਕ ਹੈ। ਅੱਛਾ ਦੇਖਣ ਦੀ ਕੋਸ਼ਿਸ਼ ਕਰੋ। ਜਿਹੋ ਜੀ ਦ੍ਰਿਸ਼ਟੀ ਉਹ ਜੀ ਸ੍ਰਿਸ਼ਟੀ। ਇਹ ਤੁਹਾਡੇ ਵਾਸਤੇ, ਤੁਸੀਂ ਨਰ ਦੀ ਦ੍ਰਿਸ਼ਟੀ ਨਾਲ ਦੇਖਦੇ ਜਾਂ ਨਾਰਾਇਣ ਦੀ ਦ੍ਰਿਸ਼ਟੀ ਦੇਖਣੀ, ਇਹ ਤੁਹਾਡੀ ਦ੍ਰਿਸ਼ਟੀ ਦੇ ਕੰਮ ਕਿੱਦਾਂ ਤੁਹਾਡੀ ਦ੍ਰਿਸ਼ਟੀ ਆ, ਇਹ ਤੁਹਾਡੇ ਨਿਰਭਰ ਕਰਦਾ ਆ। ਜਿਹੋ ਜੀ ਦ੍ਰਿਸ਼ਟੀ ਉਹ ਜੀ ਸ੍ਰਿਸ਼ਟੀ, ਜਿਹੋ ਜੀ ਨਜ਼ਰ ਉਹ ਜਿਹਾ ਨਜ਼ਾਰਾ। ਆਪਣੇ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਫਿਰ ਅਸੀਂ ਦੂਜੇ ਕਿਸੇ ਨੂੰ ਬਦਲ ਸਕਦੇ ਹਾਂ। ਆਪਣੇ ਅੰਦਰ ਬਦਲਾਅ ਹੋਏਗਾ ਤਾਂ ਹੀ ਸਾਡੇ ਬਾਹਰ ਬਦਲਾਅ ਹੋਵੇਗਾ, ਠੀਕ ਹੈ। ਆਪ ਤੁਸੀਂ ਭਗਤੀ ਕਰੋ, ਤੁਹਾਡੇ ਵੱਲ ਦੇਖ ਕੇ ਤੁਹਾਡੇ ਬੱਚੇ ਭਗਤੀ ਕਰਨ, ਤੇ ਇਸ ਕਰਕੇ ਦੁੱਖਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ। ਦੁੱਖ ਇਹੋ ਜਿਹੇ ਹੈਗੇ ਆ, ਦੁੱਖਾਂ ਦਾ ਸ਼ੁਕਰਾਨਾ ਕਰਿਆ ਕਰੋ, ਇਹ ਤੁਹਾਨੂੰ ਪਰਮਾਤਮਾ ਦੇ ਨਜ਼ਦੀਕ ਲੈ ਕੇ ਜਾਂਦੇ ਆ, ਤੁਹਾਨੂੰ ਰੱਬ ਦੀ ਯਾਦ ਲਾਉਂਦੇ ਆ। ਦੁੱਖਾਂ ਦਾ ਧੰਨਵਾਦ ਕਰਿਆ ਕਰੋ। ਜੇ ਇਹਨਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਰੋਜ਼ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿਓ, ਰੋਜ਼ ਬੰਦਗੀ ਕਰਨਾ ਸ਼ੁਰੂ ਕਰ ਦਿਓ, ਤੁਹਾਡੀ ਜ਼ਰੂਰ ਗੱਲ ਬਣ ਜਾਏਗੀ, ਠੀਕ ਹੈ।
ਔਰ ਦਾਸ ਦੇ ਕੋਲ ਬੋਲਣ ਵਿੱਚ ਗਲਤੀ ਹੋਵੇ ਤੇ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰਨਾ। ਅੱਛੇ ਗੱਲਾਂ ਲੱਗੀਆਂ ਹੋਣ, ਅੱਛੇ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਸੰਤਾਂ ਮਹਾਂਪੁਰਸ਼ ਦੀ ਸੰਗਤ ਕਰੋ, ਉਹਨਾਂ ਤੋਂ ਨਾਮਦਾਨ ਲੈ ਕੇ ਗੁਰੂ ਵਾਲੇ ਬਣੋ ਤੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰੋ, ਤੁਹਾਡੀ ਗੱਲ ਜ਼ਰੂਰ ਬਣ ਜਾਏਗੀ। ਠੀਕ ਹੈ, ਦਾਸ ਤੁਹਾਡੇ ਤੋਂ ਇਹੀ ਉਮੀਦ ਰੱਖਦਾ ਕਿ ਤੁਸੀਂ ਭਜਨ ਸਿਮਰਨ ਕਰੋਗੇ, ਬੰਦਗੀ ਕਰੋਗੇ ਔਰ ਮੇਰਾ ਵੀ ਵੀਡੀਓ ਪਾਉਣ ਦਾ ਕੁਝ ਮਕਸਦ ਹੈ ਕਿ ਕਿਸੇ ਨਾ ਕਿਸੇ ਦੀ ਗੱਲ ਬਣ ਜਾਵੇ। ਠੀਕ ਹੈ ਨਾ, ਦਾਸ ਕੁਝ ਅਨੁਭਵ ਕਰਦਾ ਆ, ਉਹ ਦਰਖਤ ਦਾ ਫਾਇਦਾ ਕਿ ਜਿਹੜਾ ਕਿਸੇ ਨੂੰ ਫਲ ਹੀ ਨਾ ਦੇ ਸਕੇ। ਠੀਕ ਹੈ, ਜੇ ਪ੍ਰਭੂ ਨੇ ਕੁਝ ਸਾਨੂੰ ਬਖਸ਼ਿਆ ਆ, ਕੁਝ ਅਨੁਭਵ ਆ, ਤੁਹਾਡੇ ਥੋੜਾ ਬਹੁਤਾ ਸਾਂਝਾ ਕਰਦਾ ਰਹਿਣਾ, ਪਰ ਅੰਦਰ ਅਸਲੀ ਜਿਹੜੀ ਗੱਲਾਂ ਉਹ ਤੁਹਾਨੂੰ ਮੈਂ ਸ਼ੇਅਰ ਨਹੀਂ ਕਰ ਸਕਦਾ, ਕਿਉਂਕਿ ਇਹ ਆਪ ਅਨੁਭਵ ਕਰਾਂਗੇ ਤਾਂ ਉਸ ਆਨੰਦ ਪਿਕਚਰ ਆਪ ਦੇਖਾਂਗੇ ਤਾਂ ਉਹਦਾ ਨਿਆਰਾ ਹੀ ਕੁਝ ਹੋਰ ਆ। ਠੀਕ ਹੈ, ਕੁਝ ਥੋੜੀ ਬਹੁਤੀਆਂ ਗੱਲਾਂ ਜਿਹੜੇ ਬਾਹਰਲੀਆਂ ਗੱਲਾਂ ਤਕਰੀਬਨ ਤੁਹਾਡੇ ਨਾਲ ਮੈਂ ਸਾਂਝੇ ਕਰਦਾ, ਅੰਦਰਲਾ ਜਿਹੜਾ ਅਨੁਭਵ ਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਇਹ ਤੁਸੀਂ ਪ੍ਰੈਕਟੀਕਲ ਕਰੋਗੇ ਹਨਾ, ਆਪ ਅਭਿਆਸ ਕਰੋਗੇ, ਅਨੁਭਵ ਕਰੋਗੇ ਤਾਂ ਅੰਤ ਦਾ ਨਿਆਰਾ ਹੀ ਕੁਝ ਹੋਰ ਆ, ਤੁਸੀਂ ਅੱਖਾਂ ਹੀ ਨਹੀਂ ਖੋਲਣੀ ਹੈਗੀ। ਰੋਜ਼ ਹੀ ਨਵਾਂ ਤੇ ਨਿਆਰਾ, ਨਿਤ ਨੇਵਾ ਸਾਈ ਮੇਰਾ ਹਨਾ, ਨਿਤ ਨਵਾਂ ਕੀ ਕਹਿੰਦੇ ਹਨਾ। ਅੱਛਾ ਠੀਕ ਹੈ, ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ।